ॐ भूर्भुवः स्वः तत्सवितुर्वरेण्यं भर्गो देवस्य धीमहि धियो यो न प्रचोदयात्। मैं ਜਦੋਂ ਲਿਖਦੀ ਆ ਮੇਰੀ ਕਹਾਣੀ ਦਾ ਸਭ ਤੋਂ ਪਹਿਲਾ ਪਾਤਰ ਮੇਰੇ ਹਸਬੈਂਡ ਹੁੰਦੇ ਆ। ਪਾਠਕ ਮੈਂ ਸੌਰੀ ਮੇਰੇ ਹਸਬੈਂਡ ਮੇਰੀ ਕਹਾਣੀ ਦੇ ਪਾਤਰ ਹੁੰਦੇ ਆ। ਸੌਰੀ ਕੱਟ ਦਿਓ ਇਹਨੂੰ। ਕੱਟੂਗਾ ਹੀ। ਉਹ ਮੈਡਮ ਅੱਗ ਲੱਗ ਜਾਣੀ ਅੰਦਰ। ਬੰਦ ਕਰ ਕਰੋ, ਤੁਸੀਂ ਕਰ ਦਿਓ। ਮੈਂ ਤੁਹਾਨੂੰ ਕੀ ਕਿਹਾ ਸੀ? ਕੀ ਹੋਇਆ? ਉੱਤੇ ਮੈਂ ਰੱਖਤਾ ਸੀ ਕੁਛ ਤੇ ਥੱਲੇ ਮੈਂ ਕਿਹਾ ਵੀ ਬੰਦ ਕਰ ਦੇ। ਸਬਜ਼ੀ ਧਰੀ ਹੈ ਜਿਹਨੇ ਰੱਖੀ ਤੇਲ ਪਾ ਕੇ ਰੱਖੀ। ਅੱਛਾ ਅੱਛਾ, ਲੱਦੀਆਂ ਬੜੀਆਂ ਸਵਾਦ ਵਾਲੀ ਗੱਲ ਹੋ ਗਈ। ਹਾਂ ਮਤਲਬ ਇੱਕ ਵਾਰੀ ਕਿਸੇ ਨੂੰ ਮਿਲਿਆ ਆ ਤੇ ਦੂਸਰੀ ਵਾਰੀ ਸੇਮ ਉਹੀ ਇਨਾਮ ਦੂਸਰੇ ਨੂੰ ਤੁਸੀਂ ਦੇਣਾ, ਇਹ ਵੀ ਕੋਈ ਐਡੀ ਵਾਜਿਬ ਗੱਲ ਨਹੀਂ ਮੈਨੂੰ ਲੱਗਦੀ। ਕੋਈ ਬੰਦੇ ਨੂੰ 2 ਵਾਰੀ ਦੇਣਾ ਤੇ ਮੇਰੇ ਖਿਆਲ ਦੇ ਵਿੱਚ ਸ਼ਾਇਦ ਕਥਾਨੰਤ ਲਈ ਸੀ, ਉਹਨਾਂ ਨੇ ਮੇਰੇ ਤੋਂ ਪੈਸੇ ਲਏ ਸੀ। ਤੇ ਇਹ ਨਹੀਂ ਛੱਡਦੇ। ਹਾਂ, ਉਹ ਕਿਸੇ ਕੋਲੋਂ ਵੀ ਨਹੀਂ ਛੱਡਦੇ। ਜੇ ਕੋਈ ਇੰਟਰਵਿਊ ਤੁਸੀਂ ਉਹਨਾਂ ਦਾ ਇੰਟਰਵਿਊ ਲੈਣ ਜਾਓਗੇ ਨਾ, ਮੈਨੂੰ ਕਿੰਨੇ ਪੈਸੇ ਦਊਂਗਾ। ਨਵੇਂ ਲੇਖਕਾਂ ਨੂੰ ਕੋਈ ਸੇਧ ਨਹੀਂ ਮਿਲ ਰਹੀ ਹੈਗੀ। ਨਵੇਂ ਲੇਖਕ ਜੋ ਚਾਹਣ ਉਹ ਲਿਖੀ ਜਾ ਰਹੇ ਹੈਗੇ ਆ। ਕਦੀ ਰਸੋਈ ਦੇ ਵਿੱਚ ਨਾ ਕੀ ਮੁੱਕਿਆ ਹੈ ਕੀ ਹੈਗਾ ਮੈਨੂੰ ਨਹੀਂ ਪਤਾ। ਹੁਸ਼ਿਆਰਪੁਰ ਦਾ ਨਾਮ ਸਾਹਿਤਕ ਹਲਕਿਆਂ ਵਿੱਚ ਕੋਈ ਗੁੰਝਾ ਨਾਂ ਨਹੀਂ ਹੈ। ਇੱਥੋਂ ਦੀ ਜ਼ਰਖੇਜ਼ ਜ਼ਮੀਨ ਨੇ ਬਹੁਤ ਸਾਰੇ ਵੱਡੇ ਵੱਡੇ ਸਾਹਿਤਕਾਰਾਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੇ ਪੂਰੀ ਦੁਨੀਆ ਦੇ ਸਾਹਿਤਕ ਨਕਸ਼ੇ ਉੱਤੇ ਹੁਸ਼ਿਆਰਪੁਰ ਦਾ ਨਾਮ ਉਕਰ ਦਿੱਤਾ ਹੈ। ਅੱਜ ਦੇ ਪੰਜਾਬੀ ਸਾਹਿਤਕਾਰਾਂ ਨੂੰ ਵੀ ਇੱਥੋਂ ਦੇ ਹੋਣ ਦਾ ਮਾਣ ਹੈ। ਅੱਜ ਅਸੀਂ ਤੁਹਾਡੀ ਮੁਲਾਕਾਤ ਉਸ ਲੇਖਕਾ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਸ ਦਾ ਸੁਪਨਾ ਲੇਖਕ ਹੀ ਬਣਦਾ ਸੀ ਤੇ ਉਹ ਲੇਖਕ ਹੀ ਬਣੀ ਰਹਿਣਾ ਚਾਹੁੰਦੀ ਹੈ। ਉਹ ਕਹਾਣੀ ਲਿਖਣ ਵਾਲੀ ਕੁੜੀ ਖੁਦ ਕਹਾਣੀ ਵਰਗੀ ਹੀ ਹੈ। ਤੇ ਆਓ ਕਰਦੇ ਹਾਂ ਗੱਲਾਂ ਤ੍ਰਿਪਤਾ ਕੇ ਸਿੰਘ ਦੇ ਨਾਲ। ਮਤਲਬ ਮੇਰੇ ਜ਼ਿੰਦਗੀ 'ਚ ਕੇ ਸਿੰਘ ਦੀ ਐਂਟਰੀ ਕਾਫੀ ਪਹਿਲਾਂ ਹੋ ਗਈ ਸੀ, ਪਰ ਲਿਟਰੇਰੀ ਤੌਰ 'ਤੇ ਮੇਰੇ ਨਾਮ ਦੇ ਨਾਲ ਜਦੋਂ ਮੈਂ ਨਾਮ ਜੋੜਿਆ, ਜਦੋਂ ਮੈਂ ਲਿਖਣਾ ਸ਼ੁਰੂ ਕੀਤਾ, ਜਦੋਂ ਮੈਂ ਪਹਿਲੀ ਕਹਾਣੀ ਲਿਖੀ ਤੇ ਮੈਂ ਆਪਣੇ ਤ੍ਰਿਪਤਾ ਕੇ ਸਿੰਘ ਦੇ ਨਾਮ ਨਾਲ ਹੀ ਮੈਂ ਲਕੀਰ ਭੇਜਿਆ, ਲਕੀਰ ਨੂੰ ਆਪਣੀ ਕਹਾਣੀ। ਤੇ ਫਿਰ ਉਸ ਤੋਂ ਬਾਅਦ ਮੇਰੇ ਤ੍ਰਿਪਤਾ ਕੇ ਸਿੰਘ ਦੇ ਨਾਮ, ਕੇ ਸਿੰਘ ਮੇਰੇ ਹਸਬੈਂਡ ਕੁਲਵੰਤ ਸਿੰਘ ਹੋਰਾਂ ਦਾ ਨਾਮ ਹੈ। ਕਿ ਉਹ ਨਾ ਮੇਰੇ ਇੱਥੇ ਤੱਕ ਲਿਖਣ ਪੜ੍ਹਨ ਦੇ ਸਫ਼ਰ ਦੇ ਵਿੱਚ ਜਿਹੜਾ ਉਹਨਾਂ ਦੀ ਕੰਟਰੀਬਿਊਸ਼ਨ ਆ, ਉਹ ਜਿੰਨੀ ਮੇਰੀ ਆ ਮੇਰੇ ਤੋਂ ਵੱਧ ਉਹਨਾਂ ਦੀ ਆ। ਇਸ ਕਰਕੇ ਕੇ ਸਿੰਘ ਜ਼ਰੂਰੀ ਮੇਰੇ ਨਾਮ ਦੇ ਨਾਲ ਜ਼ਰੂਰੀ ਹੈ। ਬਹੁਤ ਵਾਰੀ ਇੱਦਾਂ ਹੁੰਦਾ ਹੈ ਕਿ ਆਪਾਂ ਐਵੇਂ ਹੀ ਤਾਰੀਫਾਂ ਕਰਦੇ ਰਹਿੰਦੇ ਆ, ਹਸਬੈਂਡ ਵਾਈਫ ਦੀਆਂ ਕਰਦੇ ਰਹਿੰਦੇ ਆ, ਵਾਈਫ ਹਸਬੈਂਡ ਦੀਆਂ ਕਰਦੇ ਰਹਿੰਦੇ ਆ। ਪਰ ਮੇਰੇ ਹਸਬੈਂਡ ਜਾਂ ਸਾਡੀ ਬੌਂਡਿੰਗ ਦੇ ਹਿਸਾਬ ਦੇ ਨਾਲ ਅਗਰ ਦੇਖਿਆ ਜਾਵੇ ਤਾਂ ਮੈਂ ਜੇ ਤਾਰੀਫ ਕਰੂੰਗੀ ਤਾਂ ਉਹ ਸੱਚੀ ਹੋਏਗੀ। ਹਾਂ, ਬਿਲਕੁਲ ਸੱਚੀ ਹੋਏਗੀ, ਉਹਦੇ 'ਚ ਕੋਈ ਲਿਹਾਜ਼ ਨਹੀਂ ਹੈ, ਕੋਈ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਹਾਂ, ਕਿਉਂਕਿ ਮੇਰੇ ਲਿਖਣ ਪੜ੍ਹਨ ਦੇ ਵਿੱਚ ਕੋਈ ਮਤਲਬ ਜਿੱਥੇ ਵੀ ਮੈਂ ਜਾਣਾ ਆ ਆਉਣਾ ਆ, ਮੈਨੂੰ ਕੋਈ ਰੋਕ ਨਹੀਂ ਹੈ, ਟੋਕ ਨਹੀਂ ਹੈ। ਮੈਂ ਕੀ ਲਿਖ ਰਹੀ ਹਾਂ, ਕਿਸ ਵਿਸ਼ੇ 'ਤੇ ਲਿਖ ਰਹੀ ਹਾਂ, ਉਹਨਾਂ ਨੇ ਮੈਨੂੰ ਕਦੀ ਵੀ ਕਿਸੇ ਚੀਜ਼ ਲਈ ਰੋਕਿਆ ਟੋਕਿਆ ਨਹੀਂ ਹੈ। ਜਦਕਿ ਬਹੁਤ ਵਾਰੀ ਆਪਾਂ ਦੇਖਦੇ ਹਾਂ ਲੇਖਿਕਾਵਾਂ ਨੂੰ ਖਾਸ ਕਰਕੇ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਆ। ਪਰ ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੀ ਹਾਂ ਕਿ ਕੁਲਵੰਤ ਸਿੰਘ ਮੇਰੇ ਪਤੀ ਹੈ, ਮੇਰੇ ਬੈਟਰ ਹਾਫ ਆ, ਮੇਰੀ ਜ਼ਿੰਦਗੀ ਦਾ ਮੈਂ ਉਹਨਾਂ ਦੀ ਅਰਧਾਂਗਨੀ ਹੈ ਤੇ ਮੇਰੀ ਵੀ ਲਾਈਫ ਜਿਹੜੀ ਹੈ ਉਹਨਾਂ ਤੋਂ ਬਿਨਾਂ ਇਨਕੰਪਲੀਟ ਹੈ। ਤੇ ਮੈਨੂੰ ਬਹੁਤ ਮਤਲਬ ਮੈਂ ਬੜੇ ਮਾਣ ਨਾਲ ਇਹ ਗੱਲ ਕਹਿੰਦੀ ਹਾਂ ਕਿ ਕੁਲਵੰਤ ਸਿੰਘ ਦਾ ਮੇਰੀ ਲਾਈਫ ਦੇ ਵਿੱਚ ਬਹੁਤ ਵੱਡਾ ਰੋਲ ਹੈ, ਮੈਨੂੰ ਲੇਖਕ ਬਣਾਉਣ 'ਚ, ਮੈਨੂੰ ਪੜ੍ਹਾਉਣ 'ਚ, ਲਿਖਾਉਣ 'ਚ। ਕਿਉਂਕਿ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰੀ ਜਦੋਂ ਸ਼ਾਦੀ ਹੋਈ ਸੀ ਮੈਂ ਸਿਰਫ 10ਵੀਂ ਪਾਸ ਸੀਗੀ। ਅੱਛਾ ਜੀ। ਤੇ ਮੈਨੂੰ ਇਹਨਾਂ ਨੇ ਮਤਲਬ ਜੌਬ 'ਚ ਮੈਂ ਜ਼ਰੂਰ ਸੀਗੀ, ਪਰ ਮੇਰੀ ਐਜੂਕੇਸ਼ਨ ਜਿਹੜੀ ਸੀ ਉਹ 10th ਸੀਗੀ। ਇਹਨਾਂ ਨੇ ਮੈਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ ਕਿ ਤੂੰ ਅੱਗੇ ਪੜ੍ਹ, ਤੂੰ ਪੜ੍ਹਾਈ ਆਪਣੀ ਅੱਗੇ ਜੇ ਤੂੰ ਕਰਨਾ ਚਾਹੁੰਦੀ ਆ ਕਰ ਲਾ। ਫਿਰ ਮੈਂ ਆਪਣੀ ਪੜ੍ਹਾਈ ਸ਼ੁਰੂ ਕੀਤੀ। ਮੇਰੀ ਇੱਕ ਬਹੁਤ ਹੀ ਕਰੀਬੀ, ਮੇਰੇ ਦਿਲ ਦੇ ਕਰੀਬ ਮੇਰੀ ਦੋਸਤ ਹੈ ਭੁਪਿੰਦਰ ਕੌਰ ਕਵਿਤਾ, ਉਹਨਾਂ ਦਾ ਵੀ ਮੇਰੀ ਲਾਈਫ ਦੇ ਵਿੱਚ ਬਹੁਤ ਵੱਡਾ ਹੱਥ ਹੈ ਮੈਨੂੰ ਪੜ੍ਹਾਉਣ 'ਚ, ਲਿਖਾਉਣ 'ਚ। ਘਰੋਂ ਮੈਨੂੰ ਹਸਬੈਂਡ ਦੀ ਸਪੋਰਟ ਮਿਲਦੀ ਸੀ ਤੇ ਬਾਹਰੋਂ ਪੜ੍ਹਾਈ ਲਿਖਾਈ ਦੀ ਮੈਨੂੰ ਭੁਪਿੰਦਰ ਕੌਰ ਕਵਿਤਾ ਜਿਹੜੇ ਪ੍ਰੋਫੈਸਰ ਹੈਗੇ ਸੀਗੇ, ਮੇਰੀ ਫਰੈਂਡ ਸੀਗੀ, ਖੁਦ PhD ਸੀਗੇ, ਆਪ PhD ਕਰਦੇ ਸੀਗੇ, ਮੈਨੂੰ +2 ਕਰਵਾ ਰਹੇ ਸੀਗੇ। ਤੇ ਫਿਰ ਮੈਂ +2
+2 ਕੀਤੀ, ਫਿਰ ਉਹਨਾਂ ਨੇ ਮੈਨੂੰ ਗ੍ਰੈਜੂਏਸ਼ਨ ਕਰਵਾਈ, ਫਿਰ ਮੈਨੂੰ ਪੋਸਟ ਗ੍ਰੈਜੂਏਸ਼ਨ ਕਰਵਾਈ, ਫਿਰ ਮੈਨੂੰ ਉਹਨਾਂ ਨੇ PhD ਲਈ ਧੱਕਾ ਦੇ ਕੇ ਕਿ PhD ਵੀ ਕਰਨੀ ਹੈ। ਅੱਛਾ, ਤੁਸੀਂ PhD ਕੀਤੀ ਹੈ? ਜੀ ਬਿਲਕੁਲ, ਮੈਂ PhD ਬਹੁਤੇ ਆਪਣੇ ਜਿਹੜੇ ਰਾਈਟਰਸ ਆ ਨਾ, ਉਹਨਾਂ ਨੂੰ ਨਹੀਂ ਪਤਾ ਵੀ ਤੁਸੀਂ ਡਾਕਟਰ ਜੀ। ਹਾਂ, ਮੈਂ ਆਪਣੇ ਨਾਮ ਨਾਲ ਡਾਕਟਰ ਨਹੀਂ ਲਗਾਉਂਦੀ, ਕਿਉਂਕਿ ਮੈਨੂੰ ਲੱਗਦਾ ਹੈ ਕਿ ਤ੍ਰਿਪਤਾ ਕੇ ਸਿੰਘ ਆਪਣੇ ਆਪ 'ਚ ਕੰਪਲੀਟ ਹੈ, ਕਿਉਂਕਿ ਮੈਨੂੰ ਇੱਕ ਲੇਖਕ ਦੇ ਤੌਰ ਤੇ ਹੀ ਮੈਂ ਜਾਣਨੀ ਚਾਹੁੰਦੀ ਹਾਂ ਕਿ ਮੈਨੂੰ ਜਾਣਿਆ ਜਾਵੇ। ਡਾਕਟਰ ਤਾਂ ਚਲੋ ਉਹ ਮੇਰਾ ਸ਼ੌਕ ਸੀਗਾ। ਲੋਕੀ ਤੇ ਕੈਮਿਸਟ ਦੀ ਦੁਕਾਨ ਤੇ 10 ਦਿਨ ਲਾ ਲੈਣ ਤੇ ਉਹ ਡਾਕਟਰ ਲਿਖਣਾ ਸ਼ੁਰੂ ਕਰ ਦਿੰਦੇ। ਤੁਸੀਂ ਅਸਲੀ ਡਾਕਟਰ ਏਦਾਂ ਹੁੰਦਾ ਆ, ਪਰ ਮੈਨੂੰ ਆਪਣੇ ਆਪ ਦੇ ਵਿੱਚ ਲੇਖਕ ਕਹਾਉਣਾ ਜ਼ਿਆਦਾ ਪਸੰਦ ਆ। ਮੈਨੂੰ ਇੱਕ ਲੇਖਕ ਦੇ ਤੌਰ ਤੇ ਜਾਣਿਆ ਜਾਵੇ ਤਾਂ ਮੈਨੂੰ ਜ਼ਿਆਦਾ ਚੰਗਾ ਲੱਗਦਾ, ਇਸ ਕਰਕੇ ਮੈਂ ਕਦੀ ਆਪਣੇ ਨਾਮ ਦੇ ਮੂਹਰੇ ਡਾਕਟਰ ਨਹੀਂ ਲਗਾਇਆ। ਉਹ ਮੇਰਾ ਪੈਸ਼ਨ ਸੀਗਾ। ਅੱਛਾ, ਜਦੋਂ ਮੈਂ PhD ਕੀਤੀ ਉਦੋਂ ਲੋਕੀ ਇਹ ਕਹਿੰਦੇ ਸੀਗੇ ਕਿ ਤੇਰਾ ਪ੍ਰੋਫੈਸ਼ਨ ਹੋ ਰਿਹਾ, ਕਿਉਂਕਿ ਮੈਂ ਹੈਲਥ ਡਿਪਾਰਟਮੈਂਟ 'ਚ ਕੰਮ ਕਰਦੀ ਹਾਂ, ਤੇ ਇਹ ਇੱਧਰ ਕਿੱਧਰ ਤੇਰਾ ਉਲਟੇ ਪਾਸੇ, ਤੈਨੂੰ ਤੇ ਇਹਦਾ ਕੋਈ ਫਾਇਦਾ ਵੀ ਨਹੀਂ ਹੋਣਾ। ਪਰ ਮੈਂ PhD ਫਾਇਦੇ ਲਈ ਨਹੀਂ ਕੀਤੀ, ਇਹ ਮੇਰਾ ਪੈਸ਼ਨ ਸੀਗਾ, ਮੇਰਾ ਸ਼ੌਕ ਸੀਗਾ। ਮੈਂ ਲਿਟਰੇਚਰ ਨਾਲ ਜੁੜੀ ਹੋਈ ਸੀਗੀ, ਤਾਂ ਮੈਨੂੰ ਲੱਗਦਾ ਸੀਗਾ ਕਿ ਮੈਂ ਕਰਾਂ ਤੇ ਮੈਨੂੰ ਹੋਰ ਜ਼ਿਆਦਾ ਲਿਟਰੇਚਰ ਦੀ। ਮੈਂ ਗੁਰਦੇਵ ਸਿੰਘ ਰੁਪਾਣਾ ਦੇ ਗਲਪ ਤੇ ਕੀਤੀ ਹੈ, ਉਹਨਾਂ ਦੀ ਸਾਰੀ ਫਿਕਸ਼ਨ ਦੇ ਉੱਤੇ, ਕਿ ਉਹਨਾਂ ਦੇ ਐਸਥੈਟਿਕਸ ਜਿਹੜੇ ਹੈਗੇ ਆ ਉਹਦੇ ਉੱਤੇ ਮੇਰਾ ਕੰਮ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮੈਂ ਕੀਤੀ ਹੈ। ਕੌਣ ਸੀ ਗਾਈਡ? ਮੇਰੇ ਗਾਈਡ ਸਰਦਾਰ ਚੰਦਰ ਮੋਹਨ ਜੀ, ਅੱਛਾ, ਈਵਨਿੰਗ ਸਟੱਡੀਜ਼ ਦੇ ਹੈਗੇ ਆ ਉਹ। ਮੈਨੂੰ ਉਹਨਾਂ ਨੇ ਵੀ ਬਹੁਤ ਕੋਆਪਰੇਟਿਵ ਕੀਤਾ। ਮੈਂ ਅੱਜ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਉਹਨਾਂ ਨੂੰ ਵੀ ਨਮਨ ਕਰਨਾ ਚਾਹੁੰਦੀ ਹਾਂ, ਉਹਨਾਂ ਦਾ ਬਹੁਤ ਸਾਰਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਆਮ ਤੌਰ ਤੇ ਗਾਈਡ ਦੇ ਸੰਬੰਧ ਵਿੱਚ ਜਿਹਨੂੰ ਵੀ ਕਦੇ ਕਿਸੇ ਨੂੰ ਵੀ ਪੁੱਛ ਲਓ, ਜਿਹਨੇ ਵੀ PhD ਕੀਤੀ ਆ, ਮਤਲਬ ਕਿ 80% ਲੋਕ ਇਹ ਕਹਿਣਗੇ ਕਿ ਵੀ ਸਾਨੂੰ ਤਾਂ ਗਾਈਡ ਨੇ ਬਹੁਤ ਦੁਖੀ ਕੀਤਾ। ਮੇਰੀ ਕਹਾਣੀਆਂ ਦੇ ਉੱਤੇ MPhil ਕੀਤੀਆਂ ਆ ਕੁਝ ਬੱਚਿਆਂ ਨੇ, ਮਤਲਬ ਮੈਨੂੰ ਇਕੱਲੀ ਨੂੰ ਲੈ ਕੇ ਨਹੀਂ, ਜਿਸ ਤਰ੍ਹਾਂ ਵੀ ਹੋਰ ਮਤਲਬ ਮੇਰੀਆਂ ਸਮਕਾਲੀਨ ਜਿਹੜੀਆਂ ਕਹਾਣੀਕਾਰ ਹੈਗੀਆਂ ਆ ਮਿੱਤਰ, ਉਹਨਾਂ ਨੂੰ ਮਿਲਾ ਕੇ ਅੰਮ੍ਰਿਤਸਰ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਉੱਥੇ ਵੀ 2 ਲੜਕੀਆਂ ਨੇ ਕੀਤਾ ਆ। ਇੱਕ ਬਠਿੰਡਾ ਤੋਂ ਰੀਜਨਲ ਸੈਂਟਰ ਤੋਂ ਇੱਕ ਲੜਕੀ ਨੇ ਕੀਤੀ ਸੀ, ਉਹ ਵੀ ਸਾਨੂੰ ਮਤਲਬ ਕੰਟੈਂਪਰਰੀ ਲੇਖਕਾਂ ਦੇ ਹਿਸਾਬ ਨਾਲ ਕੀਤੀ ਹੈ। ਹੁਣੇ ਰੀਸੈਂਟਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਦੀਪਕ ਮਹਿਤਾ ਨਾਮ ਦੇ ਲੜਕੇ ਨੇ ਮੇਰੀ ਕਿਤਾਬ 1 ਦਿਨ ਦੇ ਉੱਤੇ MPhil ਕੀਤੀ ਹੈ, ਤੇ ਉਹ ਹੁਣੇ ਥੋੜੇ ਦਿਨ ਪਹਿਲਾਂ ਆ ਕੇ ਮੈਨੂੰ ਆਪਣਾ ਥੀਸਿਸ ਦੇ ਕੇ ਗਿਆ ਆ। ਅੱਛਾ ਲੱਗਦਾ ਆ, ਮੇਰੀ ਪਹਿਲੀ ਕਿਤਾਬ ਹੈ, ਇੱਕੋ ਹੀ ਮੈਂ ਲਿਖੀ ਆ ਹਾਲੇ, ਉਹਦੇ ਤੇ MPhil ਹੋਈ ਆ, ਤੇ ਚੰਗਾ ਲੱਗਦਾ ਆ। ਚਲੋ ਆਉਣ ਵਾਲੇ ਸਮੇਂ ਇੱਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਕਿ ਦਲਬੀਰ ਚੇਤਨ ਅਵਾਰਡ ਮਿਲ ਗਿਆ, ਕਿਉਂਕਿ ਆਪਣੇ ਆਪ 'ਚ ਦਲਬੀਰ ਚੇਤਨ ਅਵਾਰਡ ਵੱਡਾ ਹੈ। ਦਲਬੀਰ ਚੇਤਨ ਉਹਨਾਂ ਦਾ ਨਾਮ ਵੱਡਾ ਆ, ਉਹਨਾਂ ਦੀ ਬੇਟੀ ਸਰਗੀ ਹੈ, ਉਹ ਕਿੰਨੀ ਅੱਛੀ ਕਹਾਣੀ ਲਿਖਦੇ ਆ, ਉਹਨਾਂ ਨੂੰ ਕਹਾਣੀ ਦੀ ਸਮਝ ਹੈ, ਸੂਝ ਹੈ, ਤੇ ਉਹ ਬਹੁਤ ਉੱਥੇ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਜੇ ਸਰਗੀ ਜਿਨ੍ਹਾਂ ਨੂੰ ਚੁਣਦੀ ਆ ਉਹਦੇ ਵਿੱਚ ਕੋਈ ਲਿਹਾਜ਼ਾਰੀ ਨਹੀਂ ਕਰਦੀ ਕਦੀ ਵੀ ਕੋਈ। ਹਾਲਾਂਕਿ ਮੇਰੀ ਸਰਗੀ ਬਹੁਤ ਅੱਛੀ ਦੋਸਤ ਹੈ, ਪਰ ਉਹ ਕਿਸੇ ਵੀ ਕਿਸਮ ਦਾ ਇੱਦਾਂ ਨਹੀਂ ਹੈ ਵੀ ਹਾਂ ਇਹਨੂੰ ਦੇਣਾ ਇਹਨੂੰ ਨਹੀਂ ਦੇਣਾ, ਜਾਂ ਇੱਥੇ ਮੇਰੀ ਸਹੇਲ ਆਇਆ, ਮੇਰੀ ਸਹੇਲ ਚਾਰ ਆਇਆ, ਜਾਂ ਕੁਛ ਇਸ ਤਰ੍ਹਾਂ ਨਹੀਂ। ਉਹ ਤੇ ਜਿਊਰੀ ਬਣਾਉਂਦੇ ਆ, ਬਿਲਕੁਲ ਜਿਊਰੀ ਬਣਾਉਂਦੇ ਆ, ਤੇ ਪ੍ਰੋਪਰ ਤਰੀਕੇ ਦੇ ਨਾਲ। ਹਾਂ, ਜਿੱਦਾਂ ਕਿ ਸਨਮਾਨਾਂ ਦਾ, ਜਿੱਦਾਂ ਕਿ ਤੁਹਾਨੂੰ ਵੀ ਪਤਾ ਹੈ ਕਿ ਨਾਮਾ ਸਨਮਾਨਾਂ ਦੇ ਵਿੱਚ ਰੌਲੇ ਘਚੋਲੇ ਬਹੁਤ ਹੈ, ਜਿਊਰੀ ਮੈਂਬਰ ਇਹ ਉਹ ਸਾਰਾ ਆਉਂਦੀ ਆ। ਮੇਰੀ ਵੀ ਕਿਤਾਬ ਢਾਹਾਂ ਦੇ ਵਿੱਚ ਸ਼ਾਰਟ ਲਿਸਟ ਹੋਈ ਸੀਗੀ। ਅੱਛਾ, ਹਾਂਜੀ, ਸ਼ਾਰਟ ਲਿਸਟ ਹੋਈ ਸੀ, ਪਹਿਲੀਆਂ 10 ਕਿਤਾਬਾਂ 'ਚ ਆਈ ਸੀਗੀ। ਵੈਸੇ ਮੈਂ ਇਹਨਾਂ ਸਭ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਕਦੀ ਕੋਈ ਕਿੰਤੂ ਪਰੰਤੂ ਨਹੀਂ ਕਰਦੀ ਹੈਗੀ, ਕਿ ਮੈਨੂੰ ਲੱਗਦਾ ਹੈ ਕਿ ਜੇ 40 ਕਿਤਾਬਾਂ ਗਈਆਂ ਤੇ ਮਿਲਣਾ ਤੇ ਤਿੰਨਾਂ ਨੂੰ ਹੀ ਹੈਗਾ ਆ, ਹਨਾ, ਤੇ ਅਲਟੀਮੇਟਲੀ ਤਾਂ ਉਹਨਾਂ ਦੇ ਹੀ ਹੱਥ ਵਸ ਹੁੰਦਾ ਆ। ਪਰ ਕਈ ਵਾਰੀ ਦੇਖਣ 'ਚ ਆਇਆ ਹੈ ਕਿ ਜਿਹੜੇ ਵੱਡੇ ਇਨਾਮ ਹੈ, ਵੱਡੀ ਰਾਸ਼ੀ ਵਾਲੇ ਇਨਾਮ ਹੈਗੇ ਆ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਮਤਲਬ ਕਿ ਤੁਸੀਂ ਬਾਇਸਡ, ਇੱਦਾਂ ਮੈਂ ਟੋਟਲੀ ਤਾਂ ਨਹੀਂ ਕਹਿੰਦੀ, ਪਰ ਹੁੰਦਾ। ਇਹ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਇੱਕ ਨਿੱਜੀ ਪਸੰਦ ਹੋ ਜਾਂਦੀ ਹੈ, ਵਿਸ਼ਿਆਂ ਨੂੰ ਲੈ ਕੇ ਨਿੱਜੀ ਪਸੰਦ ਹੋ ਸਕਦੀ ਹੈ, ਵੀ ਜਾਂ ਕੋਈ ਬੰਦੇ ਨੂੰ ਲੈ ਕੇ ਵੀ ਨਿੱਜੀ ਪਸੰਦ ਹੋ ਸਕਦੀ ਹੈ, ਲੇਖਕ ਨੂੰ ਲੈ ਕੇ ਵੀ ਹੋ ਸਕਦੀ ਹੈ। ਇਹ ਹੁੰਦਾ ਨਹੀਂ ਹੈ ਇਸ ਤਰ੍ਹਾਂ ਕਿ ਬਿਲਕੁਲ ਟੋਟਲ ਤੁਸੀਂ ਵੀ ਕਹਿ ਦਿਓ ਕਿ ਇਹ ਨਿਰਪੱਖ ਹੁੰਦੇ ਆ, ਕਿਤੇ ਨਾ ਕਿਤੇ ਜ਼ਰੂਰ, ਕਿਉਂਕਿ ਹਰ ਵਾਰੀ ਜਦੋਂ ਮਿਲਦੇ ਆ ਹਰ ਵਾਰੀ ਥੋੜਾ ਬਹੁਤ ਜ਼ਰੂਰ ਮਿਲਿਆ ਆ, ਤੇ ਦੂਸਰੀ ਵਾਰੀ ਸੇਮ ਉਹੀ ਇਨਾਮ ਦੂਸਰੇ ਨੂੰ ਤੁਸੀਂ ਦੇਣਾ, ਇਹ ਵੀ ਕੋਈ ਐਡੀ ਵਾਜਿਬ ਗੱਲ ਨਹੀਂ ਮੈਨੂੰ ਲੱਗਦੀ ਹੈਗੀ। ਇਸੇ ਪ੍ਰਾਈਜ਼ ਦੇ ਵਿੱਚ ਇਸੇ 'ਚ ਹੀ ਹੁੰਦਾ ਹੈ ਕਿ ਇੱਕ ਵਾਰੀ ਉਹਨਾਂ ਨੂੰ ਦਿੱਤਾ ਉਹਨਾਂ ਦੀ ਕਿਤਾਬ, ਤੇ ਦੂਸਰੀ ਵਾਰੀ ਫਿਰ ਉਹਨਾਂ ਨੂੰ ਦਿੱਤਾ, ਮਤਲਬ ਕਿ ਇਹਦਾ ਮਤਲਬ ਕਿ ਕੋਈ ਹੈ ਹੀ ਨਹੀਂ ਸੀਗਾ, ਕੋਈ ਐਲੀਜੀਬਲ ਹੀ ਨਹੀਂ ਸੀਗਾ। ਔਰ ਫਿਰ ਜ਼ਰੂਰੀ ਨਹੀਂ ਹੈਗਾ ਕਿ ਹਾਂ ਵੀ ਜੇ ਦੇਣਾ ਹੀ ਹੈ, ਜੇ ਉਧਰੋਂ ਕੋਈ ਹੋਰ ਕਿਤਾਬ ਨਹੀਂ ਆਈ ਤੇ ਤੁਸੀਂ ਪੰਜਾਬੀ ਵਾਲੇ ਨੂੰ ਕੰਸੀਡਰ ਕਰ ਸਕਦੇ ਆ, ਹਨਾ। ਤੇ ਇੱਕੋ ਹੀ ਬੰਦੇ ਨੂੰ 2 ਵਾਰੀ ਦੇਣਾ ਤੇ ਮੇਰੇ ਖਿਆਲ ਦੇ ਵਿੱਚ ਸ਼ਾਇਦ
ਸਭ ਤੋਂ ਪਹਿਲਾਂ ਮੈਨੂੰ ਪ੍ਰਿੰਸੀਪਲ ਸੁਜਾਨ ਸਿੰਘ ਅਵਾਰਡ ਮਿਲਿਆ ਸੀਗਾ 2016 ਦੇ ਵਿੱਚ 2015 ਦੇ ਵਿੱਚ। ਉਤਸ਼ਾਹਵਰਧਕ ਪੁਰਸਕਾਰ ਉਹ ਦਿੰਦੇ ਹੁੰਦੇ ਆ, ਉਦੋਂ ਮੈਨੂੰ ਇਹ ਮਿਲਿਆ ਸੀਗਾ। ਅਤੇ ਫਿਰ ਦਲਬੀਰ ਚੇਤਨ ਅਵਾਰਡ ਮੇਰੀ ਕਿਤਾਬ ਆਈ ਤਾਂ ਉਹਨੂੰ ਮਿਲਿਆ। ਫਿਰ ਰਾਮ ਸਰੂਪ ਅਣਖੀ ਜੀ ਅਵਾਰਡ ਜਿਹੜਾ ਹੈ ਉਹ ਐਸੇ ਸਾਲ ਮੈਨੂੰ ਮਿਲਿਆ ਆ। ਬਾਕੀ ਲੋਕਲ ਸਭਾਵਾਂ ਵਾਲੇ ਹੋਰ ਜਿਹੜੇ ਇੱਥੋਂ ਦੇ ਹੈਗੇ ਆ ਸਾਹਿਤ ਸਭਾਵਾਂ ਵਾਲੇ, ਉਹ ਲੋਕਲ ਜਿਹੜੇ ਸਾਡੇ ਸਾਹਿਤ ਨਾਲ ਜੁੜੇ ਹੋਏ ਆ, ਉਹ ਬਹੁਤ ਸਾਰੇ, ਉਹਨਾਂ ਦੀ ਤਾਂ ਗਿਣਤੀ ਫਿਰ ਕਾਫੀ ਲੰਬੀ ਚੌੜੀ ਹੋ ਜਾਂਦੀ ਹੈ। ਜਦੋਂ ਕਹਾਣੀ ਲਿਖਦੀ ਹਾਂ ਤੇ ਉਹ ਜਦੋਂ ਮੈਂ ਲਿਖ ਕੇ ਪੂਰੀ ਕਰ ਲੈਂਦੀ ਹਾਂ ਤੇ ਉਹਦੇ ਸਭ ਤੋਂ ਪਹਿਲੇ ਪਾਠਕ ਜਿਹੜੇ ਆ ਉਹ ਕੁਲਵੰਤ ਸਿੰਘ ਹੁੰਦੇ ਆ। ਬੇਸ਼ੱਕ ਸਿੱਧੇ ਤੌਰ 'ਤੇ ਕੁਲਵੰਤ ਸਿੰਘ ਦਾ ਸਾਹਿਤ ਦੇ ਨਾਲ ਕੋਈ ਜ਼ਿਆਦਾ ਵਾਹ ਵਾਸਤਾ ਨਹੀਂ ਹੈਗਾ, ਜਿੰਨਾ ਕਿ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਆਹ ਪੜ੍ਹ ਲਓ, ਘਰ 'ਚ ਮੈਗਜ਼ੀਨ ਆਉਂਦੇ, ਕਿਤਾਬਾਂ ਆਉਂਦੀਆਂ ਆ ਤੇ ਉਹ ਥੋੜ੍ਹਾ ਬਹੁਤ ਪੜ੍ਹ ਲੈਂਦੇ ਆ। ਜ਼ਿਆਦਾ ਉਹਨਾਂ ਦਾ ਸ਼ੌਕ ਸਪੋਰਟਸ ਦਾ ਆ, ਸਪੋਰਟਸ ਪਰਸਨ ਰਹੇ ਆ ਉਹ ਆਪ ਵੀ, ਹੈਮਰ ਥਰੋਅਰ ਰਹੇ ਆ, ਹੈਮਰ ਸੁੱਟਦੇ ਰਹੇ ਆਪਣੇ ਟਾਈਮ ਦੇ ਵਿੱਚ, ਤੇ ਉਹਨਾਂ ਨੂੰ ਸਪੋਰਟਸ ਦੇਖਣਾ ਤੇ ਉਹ ਜ਼ਿਆਦਾ ਉਹਨਾਂ ਦੀ ਪਸੰਦ ਹੈ। ਤੇ ਉਹਨਾਂ ਕਰਕੇ ਹੀ ਮੈਨੂੰ ਵੀ ਸਪੋਰਟਸ ਬਹੁਤ ਸ਼ੌਕ ਹੈ। ਮੈਂ ਵੀ ਹਰ ਸਪੋਰਟਸ ਨੂੰ ਇੰਜੋਏ ਕਰਦੀ ਹਾਂ, ਭਾਵੇਂ ਐਥਲੈਟਿਕਸ ਹੋਏ, ਕ੍ਰਿਕਟ ਹੋਏ, ਜਾਂ ਕੋਈ ਹੋਰ ਹਾਕੀ, ਫੁੱਟਬਾਲ, ਸਭ ਕੁਝ ਮੈਂ ਵੀ ਦੇਖ ਲੈਂਦੀ ਹਾਂ ਉਹਨਾਂ ਦੇ ਨਾਲ, ਤੇ ਮੈਨੂੰ ਵੀ ਚੰਗਾ ਲੱਗਦਾ ਉਹ ਸਾਰਾ ਕੁਝ ਦੇਖਣਾ। ਤੇ ਉਹ ਪਹਿਲੇ ਪਾਠਕ ਹੋਣ ਦੇ ਨਾਤੇ, ਅੱਛਾ ਉਹ ਇੱਕ ਮੇਰੀ ਉਹਨਾਂ ਤੋਂ ਕੋਈ ਇੱਦਾਂ ਰਾਏ ਨਹੀਂ ਮੈਨੂੰ ਦਿੰਦੇ, ਪਰ ਮੈਨੂੰ ਇੱਕ ਜੇ ਲੇਮੈਨ ਦੇ ਤੌਰ 'ਤੇ ਅਗਰ ਉਹ ਕਹਾਣੀ ਨੂੰ ਕੋਈ ਵੀ ਮੈਂ ਸੋਚਦੀ ਹਾਂ ਕਿ ਪੜ੍ਹਦਾ ਹੈ ਤੇ ਉਹਦਾ ਪਹਿਲਾ ਰਿਐਕਸ਼ਨ ਕੀ ਹੁੰਦਾ ਹੈ, ਮੈਨੂੰ ਉਹ ਘਰ ਤੋਂ ਹੀ ਪਤਾ ਲੱਗ ਜਾਂਦਾ ਆ। ਤੇ ਉਹ ਫਿਰ ਉਹ ਆਪਣੀ ਰਾਏ ਦਿੰਦੇ ਆ, ਤੇ ਕੁਝ ਵੀ ਕਹਿੰਦੇ ਆ ਕਿ ਹਾਂ ਅੱਛਾ ਲੱਗਾ, ਚੰਗਾ ਲੱਗਾ, ਸੁਜੈਸ਼ਨ ਦਿੰਦੇ ਆ। ਜੇ ਉਹ ਸੁਜੈਸ਼ਨ ਮੈਨੂੰ ਜੱਚਦਾ ਆ ਤੇ ਮੈਂ ਉਹਦੀ ਕਦੀ ਕਰੈਕਸ਼ਨ ਕਰ ਵੀ ਲੈਣੀ, ਪਰ ਉਹ ਮੈਨੂੰ ਇੱਦਾਂ ਨਹੀਂ ਕਹਿੰਦੇ ਹੈਗੇ ਕਿ ਵੀ ਇਹਨੂੰ ਠੀਕ ਕਰ ਲਾ ਜਾਂ ਸਭ ਤੋਂ ਪਹਿਲਾਂ ਪਾਠਕ ਮੈਂ ਹੀ ਹੁੰਦਾ। ਅੱਛਾ ਅੱਛਾ। ਹਾਂਜੀ, ਸਭ ਤੋਂ ਪਹਿਲਾਂ ਕਹਾਣੀ ਮੈਂ ਪੜ੍ਹਦਾ, ਜਦੋਂ ਇਹ ਲਿਖਦੀ ਵੀ ਹੈ ਨਾ ਤਾਂ ਫਿਰ ਮੈਂ ਪੜ੍ਹਦਾ। ਕਦੀ ਕਦੀ ਤਾਂ ਮੈਂ ਇਹ ਵੀ ਕਹਿ ਦਿੰਦਾ ਹੁੰਦਾ, ਮੈਡਮ ਇੱਥੇ ਆ ਬਦਲ ਦੇ ਥੋੜ੍ਹਾ ਜਿਹਾ ਯਾਰ। ਅੱਛਾ। ਕਦੀ ਕਦੀ ਸੁਝਾਅ ਦਿੰਦਾ ਹੁੰਦਾ ਮੈਂ ਵੀ ਇਹ ਨਾ ਬਦਲਣਾ ਨਾ ਬਦਲਣਾ ਤੇਰੀ ਮਰਜ਼ੀ ਹੈ। ਹਾਂ, ਸੁਝਾਅ ਦੇ ਦੀ। ਸਭ ਤੋਂ ਵਧੀਆ ਗੱਲ ਹੈ ਨਾ, ਜੇ ਪਹਿਲਾ ਪਾਠਕ ਤੁਸੀਂ ਜੇ ਤੇ ਸੁਜੈਸਟ ਕਰਦੇ ਜੇ ਵਧੀਆ ਚੀਜ਼ ਹੈ ਨਾ। ਪਹਿਲਾ ਪਾਠਕ ਮੈਂ ਹੀ ਹਾਂ ਹਮੇਸ਼ਾ ਹੀ, ਜਿੰਨੀਆਂ ਵੀ ਅੱਜ ਤੱਕ ਕਹਾਣੀਆਂ ਲਿਖੀਆਂ ਨੇ ਹਾਂਜੀ, ਤੇ ਪਹਿਲਾ ਪਾਠਕ ਮੈਂ ਹੀ ਰਿਹਾ। ਤੇ ਉੱਦਾਂ ਜਿੱਦਾਂ ਗੋਸ਼ਟੀਆਂ 'ਚ ਜਾਣਾ ਪੈਂਦਾ ਜਾਂ ਕਿਤੇ ਨਾ ਕਿਤੇ ਦੂਰ ਜਾਣਾ ਪੈਂਦਾ, ਫਿਰ ਕੋਈ ਮੁਸ਼ਕਿਲ ਨਹੀਂ? ਆਲਮੋਸਟ ਕੋਈ ਮੁਸ਼ਕਿਲ ਨਹੀਂ ਆਉਂਦੀ, ਕਿਉਂਕਿ ਪਹਿਲਾਂ ਤਾਂ ਕਦੀ ਜਾਂਦੇ ਨਹੀਂ ਸੀ ਤੇ ਮੈਨੂੰ ਰਿਟਾਇਰ ਹੋਇਆ ਨੂੰ ਤਕਰੀਬਨ 6 ਸਾਲ ਹੋ ਚੱਲੇ। ਅੱਛਾ ਅੱਛਾ। ਮੈਂ ਵੈਸੇ ਵੀ ਘੁੰਮਣ ਫਿਰਨ ਦਾ ਸ਼ੌਕੀਨ ਹੈ। ਜਦੋਂ ਕਹਿੰਦੀ ਕਿਤੇ ਬਰਨਾਲੇ ਜਾਣਾ, ਚੱਲ ਬਈ ਆਪਣੀ ਖੁਸ਼ੀ ਦੀ ਲਹਿਰ ਚੱਲ ਜਾਂਦੀ, ਚੱਲ ਮੈਂ ਤਕਰੀਬਨ ਨਾਲ ਹੀ ਜਾਂਦਾ। ਅੱਛਾ ਅੱਛਾ। ਹਾਂ, ਜਲੰਧਰ ਤੱਕ, ਅੰਮ੍ਰਿਤਸਰ ਤੱਕ ਕਈ ਵਾਰ ਇਹ ਜਾ ਕੋਈ ਇਹਨਾਂ ਦੀ ਕੁਲੀਗ ਵਗੈਰਾ ਨਾਲ ਜਾਣਾ ਹੋਵੇ ਫਿਰ ਤਾਂ ਭਾਵੇਂ ਮੈਂ ਕਹਿੰਦਾ ਚਲੋ ਜਾਇਓ, ਅਦਰਵਾਈਜ਼ ਮੈਂ ਤਕਰੀਬਨ ਨਾਲ ਹੀ ਜਾਂਦਾ, ਕਿਉਂਕਿ ਮੈਨੂੰ ਕੰਮ ਹੈ ਨਹੀਂ ਕੋਈ ਵੀ ਘਰ 'ਚ। ਹਾਂਜੀ ਹਾਂਜੀ, ਵਿਹਲੇ ਹੀ ਹੈ ਇਸ ਕਰਕੇ। ਤੇ ਮੈਂ ਸੁਣਿਆ ਵੀ ਉਹਨਾਂ ਨਾਲੋਂ ਜਿਹੜੇ ਤੁਹਾਡਾ ਜ਼ਿਆਦਾ ਦੋਸਤ ਜ਼ਿਆਦਾ ਬਣ ਗਏ ਜਿਹੜੇ ਲੇਖਕ ਨੇ। ਹਾਂ, ਥੋੜਾ ਮਤਲਬ ਸਰਕਲ ਜਿਹੜਾ ਮੇਰਾ ਵੀ ਤੁਹਾਡਾ ਮਿਕਸ ਹੁੰਦਾ। ਹਾਂਜੀ, ਤੇ ਇਹਦੇ ਨਾਲ ਮੇਰਾ ਵੀ, ਮੈਂ ਤਾਂ ਇਹਨੂੰ ਹੱਸਦਾ ਹੁੰਦਾ ਹਮੇਸ਼ਾ। ਮੈਂ ਲੋਹਾ ਸੰਗ ਬੇੜੀਆਂ ਤਰ ਜਾਂਦਾ ਪਿੰਡ ਦੇ ਮੇਰੇ ਤੇ ਪੂਰਾ ਢੁਕਦਾ। ਮੈਂ ਮੈਨੂੰ ਕੋਈ ਅੱਖਰ ਲਾਈਨ ਨਹੀਂ ਲਿਖਣੀ ਆਉਂਦੀ, ਪਰ ਮੈਂ ਉਹ ਜਿੰਨੇ ਵੀ ਲਿਖਣ ਵਾਲੇ ਤੁਹਾਡੇ ਕੁਲੀਗ ਨੇ ਉਹ ਸਾਰੇ ਮੈਂ ਬਰਾਬਰ ਦੀ ਇੱਜ਼ਤ ਮੈਨੂੰ ਮਿਲਦੀ ਹੈ। ਮੈਂ ਦੋਸਤੀ ਸੋ ਜ਼ਿਆਦਾ ਹੋ ਗਈ ਹੈ ਨਾ ਦੂਜਾ ਬੈਂਡ ਉੱਠਣ ਕਰਕੇ। ਬੱਚੇ ਨਹੀਂ ਜ਼ਿਆਦਾ ਉਹ ਸਾਹਿਤ ਦੇ ਨਾਲ ਨਹੀਂ ਜੁੜੇ ਹੋਏ ਹੈਗੇ, ਕਿਉਂਕਿ ਉਹਨਾਂ ਦਾ ਸਟਰੀਮ ਹੀ ਵੱਖਰੀ ਹੈ, ਸਾਇੰਸ ਦੇ ਸਟੂਡੈਂਟਸ ਰਹੇ ਹੈਗੇ ਆ, ਤੇ ਥੋੜ੍ਹਾ ਬਹੁਤ ਉਹ ਮੇਰੀਆਂ ਕਹਾਣੀਆਂ ਨੂੰ ਪੜ੍ਹ ਲੈਂਦੇ ਆ। ਬਾਕੀ ਬਹੁਤ ਜ਼ਿਆਦਾ ਜੇ ਮੈਂ ਕਹਾਂ ਕਿ ਉਹਨਾਂ ਨੂੰ ਸਾਹਿਤ ਦੀ ਬਹੁਤ ਜ਼ਿਆਦਾ ਸੂਝ ਬੂਝ ਹੈਗੀ ਆ, ਤੇ ਇਸ ਤਰ੍ਹਾਂ ਦੀ ਨਹੀਂ ਕੋਈ ਵੀ ਗੱਲਬਾਤ ਹੈਗੀ। ਤੇ ਬਾਕੀ ਪਰਿਵਾਰ ਦੇ ਵਿੱਚ ਥੋੜ੍ਹਾ ਜਿਹਾ, ਹੁਣ ਮੇਰੇ ਸਹੁਰੇ ਪਰਿਵਾਰ, ਸਾਡਾ ਪਰਿਵਾਰ ਕਾਫੀ ਵੱਡਾ ਆ, ਹਸਬੈਂਡ 7 ਬ੍ਰਦਰਸ ਹੈਗੇ ਆ, ਤੇ ਉਹਨਾਂ ਵਿੱਚੋਂ ਇੱਕ ਪਿੱਛੇ ਜੇ ਗੁਜ਼ਰ ਗਏ, ਤੇ 6 ਭਰਾ ਇਹਨਾਂ ਦੇ ਬਿਲਕੁਲ ਠੀਕ ਠਾਕ ਕਾਇਮ ਹੈਗੇ ਆ। ਉਹਨਾਂ ਨੂੰ ਹੁਣ ਥੋੜ੍ਹਾ ਜਿਹਾ ਪਤਾ ਲੱਗਣ ਲੱਗਾ ਹੈ ਕਿ ਇਹ ਜਿਹੜੀ ਸਾਡੀ ਭਰਜਾਈ ਆ ਇਹ ਥੋੜ੍ਹਾ ਬਹੁਤ ਲਿਖਦੀ ਹੈ। ਅੱਛਾ, ਉਹਨਾਂ ਨੂੰ ਥੋੜ੍ਹੇ ਬਹੁਤ ਨੂੰ ਵੀ ਉਹ ਕਾਫੀ ਵੱਡਾ ਸਮਝਦੇ ਆ। ਚੰਗਾ ਲੱਗਦਾ ਉਹਨਾਂ ਨੂੰ ਕਿ ਜਦੋਂ ਕਿਤੇ ਕੁਛ ਲਿਖਿਆ ਪੜ੍ਹਦੇ ਆ, ਜਾਂ ਅਖਬਾਰ 'ਚ ਕੁਛ ਛਪਦਾ ਆ, ਜਾਂ ਕਿਤੇ ਮੈਗਜ਼ੀਨ 'ਚ ਕੁਛ ਛਪਦਾ ਆ, ਤਾਂ ਉਹਨਾਂ ਨੂੰ ਹੁਣ ਥੋੜ੍ਹਾ ਪਤਾ ਲੱਗਣ ਲੱਗਾ ਹੈ, ਤੇ ਉਹਨਾਂ ਨੂੰ ਪ੍ਰਾਊਡ ਫੀਲ ਕਰਦੇ ਆ ਕਿ ਸਾਡੇ ਪਰਿਵਾਰ 'ਚ ਵੀ ਕੋਈ ਹੈ ਜਿਹੜਾ ਲਿਖਣ ਪੜ੍ਹਨ ਨਾਲ ਜੁੜਿਆ ਹੋਇਆ ਹੈ। ਮੈਂ ਲਿਖਤਾਂ ਜਿਹੜੀਆਂ ਪ੍ਰੇਮ ਪ੍ਰਕਾਸ਼ ਹੋਰਾਂ ਦੀਆਂ ਤਕਰੀਬਨ ਸਾਰੀਆਂ ਪੜ੍ਹੀਆਂ। ਉਹਨਾਂ ਦੀ ਜਿਹੜੀ ਆਟੋਬਾਇਓਗ੍ਰਾਫੀ ਆ ਉਹ ਵੀ ਪੜ੍ਹੀ ਆ। ਉਹ ਇੰਨਾ ਬੋਲਡਲੀ ਹਰ ਇੱਕ ਚੀਜ਼ ਨੂੰ ਲਿਖਦੇ ਆ, ਐਕਸੈਪਟ ਕਰਦੇ ਆ, ਅਤੇ ਮੇਰੀ ਅੱਛੀ ਗੱਲਬਾਤ ਹੁੰਦੀ ਰਹਿੰਦੀ ਉਹਨਾਂ ਦੇ ਨਾਲ। ਜਦੋਂ ਵੀ ਗੱਲਬਾਤ ਹੁੰਦੀ ਹੈ ਬਹੁਤ ਹਰ ਇੱਕ ਵਿਸ਼ੇ 'ਤੇ ਮੈਂ ਉਹਨਾਂ ਨਾਲ ਬਹੁਤ ਕੰਫਰਟੇਬਲੀ ਗੱਲ ਕਰ ਸਕਦੀ ਹਾਂ। ਅਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਐਵੇਂ ਕਹਿੰਦੇ ਰਹਿੰਦੇ ਆ ਕਿ ਇੱਦਾਂ ਦੀਆਂ ਗੱਲਾਂ ਕਰਦਾ, ਉੱਦਾਂ ਦੀਆਂ ਕਰਦਾ, ਪਰ ਬਹੁਤ ਹੀ ਜ਼ਹੀਨ ਅਤੇ ਬਹੁਤ ਸ਼ਾਲੀਨਤਾ ਨਾਲ ਮੇਰੇ ਨਾਲ ਗੱਲ ਕਰਦੇ ਹਮੇਸ਼ਾ ਹੀ, ਸਬਜੈਕਟ ਜਿਹੜਾ ਮਰਜ਼ੀ ਵੀ ਹੋਵੇ। ਉਹ ਤਾਂ ਵੀ ਹਮੇਸ਼ਾ ਵੀ ਕਹਿੰਦੇ ਰਹਿੰਦੇ ਹੁੰਦੇ ਕਿ ਉਹ ਆਪ ਵੀ ਕਹਿੰਦੇ ਆ ਕਿ ਮੈਨੂੰ ਤ੍ਰਿਪਤਾ ਨਾਲ ਗੱਲ ਕਰਨਾ ਚੰਗਾ ਲੱਗਦਾ ਹੈ। ਮੇਰੀ ਇੰਟਰਵਿਊ 'ਚ ਇਹਨਾਂ ਨੇ ਕਿਹਾ ਤੇ ਤ੍ਰਿਪਤਾ ਵੀ ਚੰਗਾ ਲਿਖ ਲੈਂਦੀ ਹੈ, ਤੇ ਮੈਨੂੰ ਵੀ ਉਹਨਾਂ ਦੇ ਨਾਲ ਗੱਲ
ਗੱਲ ਕਰਨਾ ਚੰਗਾ ਲੱਗਦਾ ਆ। ਉਹਨਾਂ ਦੀਆਂ ਕਹਾਣੀਆਂ ਮਤਲਬ ਮੁਕਤੀ ਹੈ, ਸ਼ਵੇਤਾਂਬਰ ਨੇ ਕਿਹਾ ਸੀ, ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ, ਡੈਡਲਾਈਨ ਕਹਾਣੀ ਹੈ, ਮਤਲਬ ਉਹ ਕਲਾਸਿਕ ਕਹਾਣੀਆਂ ਆ। ਤੁਸੀਂ ਅੱਜ ਵੀ ਜਦੋਂ ਤੁਸੀਂ ਉਹਨਾਂ ਨੂੰ ਪੜ੍ਹਦੇ ਹੋ ਤੇ ਮਤਲਬ ਤੁਸੀਂ ਸ਼ੌਕਡ ਰਹਿ ਜਾਂਦੇ ਹੋ। ਉਹ ਆਂਦੇ ਆ ਵੀ ਮੈਂ ਸਾਹਿਤ ਚੋਂ ਬੜੇ ਪੈਸੇ ਕਮਾਏ। ਹਾਂ, ਉਹ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਮੈਂ ਸਾਹਿਤ 'ਚੋਂ ਪੈਸੇ ਕਮਾਏ ਆ, ਕਿਉਂਕਿ ਹੁਣ ਦੇਖੋ ਉਹਨਾਂ ਦੀ ਉਮਰ ਵੀ ਹੋ ਚੁੱਕੀ ਆ, ਇੱਕ ਨਾਮ ਦੇਖੋ ਐਡਾ ਵੱਡਾ ਹੋ ਗਿਆ ਉਹਨਾਂ ਦਾ, ਅਵਾਰਡਸ ਵਗੈਰਾ ਕਾਫੀ ਮਿਲ ਗਏ ਆ, ਸਟਿਲ ਹਾਲੇ ਤੱਕ ਵੀ ਉਹ ਕੰਮ ਕਰਦੇ ਆ ਤੇ ਕਰਦੇ ਆ ਕੰਮ, ਤੇ ਕੰਮ ਦੇ ਪੈਸੇ ਲੈਂਦੇ ਆ। ਉਹ ਈਵਨ ਕਿਸੇ ਨੂੰ ਵੀ ਮੁਫਤ ਕਿਤਾਬ ਨਹੀਂ ਦਿੰਦੇ ਹੈਗੇ। ਮੈਂ ਇੱਕ ਵਾਰੀ ਉਹਨਾਂ ਕੋਲੋਂ ਕਥਾ ਅਨੰਤ ਲਈ ਸੀ, ਉਹਨਾਂ ਨੇ ਮੇਰੇ ਤੋਂ ਪੈਸੇ ਲਏ ਸੀ। ਤੇ ਨਹੀਂ ਛੱਡਦੇ, ਹਾਂ, ਉਹ ਕਿਸੇ ਕੋਲੋਂ ਵੀ ਨਹੀਂ ਛੱਡਦੇ। ਜੇ ਕੋਈ ਇੰਟਰਵਿਊ, ਤੁਸੀਂ ਉਹਨਾਂ ਦਾ ਇੰਟਰਵਿਊ ਲੈਣ ਜਾਓਗੇ ਨਾ, ਕਹਿਣਾ ਮੈਨੂੰ ਕਿੰਨੇ ਪੈਸੇ ਦਊਂਗਾ। ਉਹ ਮੈਨੂੰ ਦੱਸਦੇ ਹੁੰਦੇ, ਕਹਿੰਦੇ ਮੈਨੂੰ ਮੇਰੇ ਕੋਲ ਫਲਾਨਾ ਆਇਆ ਤੇ ਮੈਂ ਉਹਨੂੰ ਕਿਹਾ, ਉਹ ਕਹਿੰਦਾ ਮੈਂ ਤੁਹਾਡਾ ਇੰਟਰਵਿਊ ਕਰਨਾ, ਤੇ ਕਹਿੰਦਾ ਮੈਂ ਕਿਹਾ ਮੈਂ ਤਾਂ 5000 ਰੁਪਈਆ ਲਊਂਗਾ। ਕਹਿੰਦਾ ਅੱਛਾ ਕੋਈ ਨਹੀਂ ਤੁਸੀਂ ਲੈ ਲਿਓ। ਇੱਕ ਘੰਟੇ ਦਾ 1000 ਰੁਪਈਆ ਕਹਿੰਦੇ ਸੀਗੇ, ਕਹਿੰਦੇ 1 ਘੰਟੇ ਦਾ ਮੈਂ 1000 ਰੁਪਈਆ ਚੱਲਦਾ ਨਾ ਉਹਨਾਂ ਦਾ। ਹਾਂ, ਨਾਮ ਚੱਲਦਾ ਆ, ਤੇ ਇਸ ਕਰਕੇ ਕਿ ਲੋਕ ਸੁਣਨਾ ਪਸੰਦ ਕਰਦੇ ਉਹਨਾਂ ਦੀਆਂ ਗੱਲਾਂ ਨੂੰ, ਚਾਹੇ ਉਹਨਾਂ ਨੂੰ ਬਾਅਦ ਵਿੱਚ ਜੋ ਮਰਜ਼ੀ ਵੀ ਕਹੀ ਜਾਣ। ਤੇ ਬਹੁਤ ਸਾਰੇ ਲੇਖਕ ਮੈਂ ਕਹਿੰਦੇ ਸੁਣਿਆ ਕਿ ਮੈਂ ਫਲਾਂ ਜਗ੍ਹਾ ਗਿਆ, ਅੱਧਾ ਉੱਥੇ ਘਟਨਾ ਘਟੀ, ਉਹ ਬੰਦਾ ਐਦਾਂ ਸੀ ਉੱਦਾਂ ਸੀ, ਹੈ ਨਾ, ਤੇ ਵੀ ਫਿਰ ਮੈਂ ਉਹਦੇ ਤੇ ਕਹਾਣੀ ਲਿਖ ਦਿੱਤੀ। ਮੇਰੇ ਮਾਮਲੇ 'ਚ ਇਸ ਤਰ੍ਹਾਂ ਨਹੀਂ ਹੈ ਕਦੀ ਵੀ। ਮੇਰੇ ਪਾਤਰ ਸ਼ਾਇਦ ਮੇਰੇ ਆਲੇ ਦੁਆਲੇ ਬਹੁਤ ਸਾਰੇ, ਇੱਕ ਪਾਤਰ ਘੜਨ ਲਈ ਮੈਨੂੰ ਲੱਗਦਾ ਹੈ ਕਿ 100-150 ਪਾਤਰ ਨੂੰ ਮੈਂ ਓਬਜ਼ਰਵ ਕਰਦੀ ਹੋਣੀ ਆ, ਤਾਂ ਮੇਰਾ ਇੱਕ ਪਾਤਰ ਬਣਦਾ ਆ। ਤੇ ਮੈਨੂੰ ਏਦਾਂ ਸਿੱਧਾ ਕੋਈ ਪਾਤਰ ਨਹੀਂ ਮਿਲਦਾ ਹੈਗਾ ਕਿ ਮੈਂ ਫਲਾਂ ਬੰਦੇ ਤੇ ਫਲਾਂ ਕਹਾਣੀ ਲਿਖ ਦਿੱਤੀ, ਇਸ ਤਰ੍ਹਾਂ ਨਹੀਂ ਹੁੰਦਾ। ਮੈਂ ਜਿਸ ਪ੍ਰੋਫੈਸ਼ਨ ਨਾਲ ਸੰਬੰਧ ਰੱਖਦੀ ਹਾਂ, ਹੈਲਥ ਡਿਪਾਰਟਮੈਂਟ 'ਚ ਮੈਂ ਕੰਮ ਕਰਦੀ ਹਾਂ, ਅਤੇ ਬਹੁਤ ਸਾਰੀਆਂ ਔਰਤਾਂ ਦੇ ਸੰਪਰਕ ਵਿੱਚ ਆਉਂਦੀ ਹਾਂ। ਬਹੁਤ ਸਾਰੀਆਂ ਔਰਤਾਂ ਆਪਣੇ ਦੁੱਖਾਂ ਤਕਲੀਫਾਂ ਸਾਡੇ ਨਾਲ ਆ ਕੇ ਸਾਂਝੀਆਂ ਕਰਦੇ ਆ। ਅਤੇ ਬਹੁਤ ਸਾਲ ਪਹਿਲਾਂ ਇੱਕ ਵਾਰੀ ਇੱਕ ਔਰਤ ਮੇਰੇ ਕੋਲ ਆਈ ਸੀਗੀ, ਅਤੇ ਉਹ ਕਹੇ ਕਿ ਮੈਂ ਪ੍ਰੈਗਨੈਂਟ ਹਾਂ। ਜਦੋਂ ਅਸੀਂ ਉਹਨੂੰ ਚੈੱਕ ਕੀਤਾ ਤਾਂ ਉਹ ਪ੍ਰੈਗਨੈਂਟ ਨਹੀਂ ਸੀਗੀ, ਤੇ ਅਸੀਂ ਕਿਹਾ ਕਿ ਨਹੀਂ ਤੈਨੂੰ ਕੋਈ ਪ੍ਰੈਗਨੈਂਸੀ ਨਹੀਂ ਹੈਗੀ। ਲੈ ਭੈਣ ਜੀ ਮੈਂ ਪ੍ਰੈਗਨੈਂਟ ਹਾਂ। ਉਹਨੇ ਆ ਜਾਣਾ ਸੀ, ਉਹਨੂੰ ਭੇਜ ਦੇਣਾ। ਉਹ ਹਰ ਮਹੀਨੇ ਸਾਡੇ ਕੋਲ ਆਉਂਦੀ ਰਹੀ। ਇਹ ਬਹੁਤ ਪੁਰਾਣੀ ਗੱਲ ਹੈ। ਅਤੇ ਅੱਛਾ, ਫਿਰ ਉਹਦੇ ਬਾਰੇ ਫਿਰ ਜਦੋਂ ਅਸੀਂ ਡਾਕਟਰ ਦੇ ਨਾਲ ਉਹਦਾ ਸੰਬੰਧ, ਉਹਦੇ ਨਾਲ ਗੱਲਬਾਤ ਕਰਵਾਈ ਡਾਕਟਰ ਸਾਹਿਬ ਦੀ, ਅਤੇ ਉਹਨਾਂ ਨੇ ਦੱਸਿਆ ਕਿ ਇਹ ਸੂਡੋ ਪ੍ਰੈਗਨੈਂਸੀ ਦੀ ਜਿਹੜੀ ਹੈਗੀ ਹੈ, ਇਹ ਮਰੀਜ਼ ਹੈ। ਫਿਰ ਉਹ ਸੂਡੋ ਪ੍ਰੈਗਨੈਂਸੀ 'ਤੇ ਅਸੀਂ ਸਟੱਡੀ ਕੀਤੀ, ਅਤੇ ਉਹ ਬਹੁਤ ਹੀ ਜ਼ਿਆਦਾ, ਉਹ ਔਰਤ ਇਸ ਤਰ੍ਹਾਂ ਦੀ ਸੀ ਕਿ ਉਹਨੇ ਰੋਜ਼ ਹੀ ਆ ਕੇ ਕਹਿਣਾ ਕਿ ਮੈਂ ਪ੍ਰੈਗਨੈਂਟ ਹਾਂ, ਮੈਂ ਪ੍ਰੈਗਨੈਂਟ ਹਾਂ। ਫਿਰ ਸਾਨੂੰ ਪਤਾ ਲੱਗਾ ਕਿ ਇਹ ਐਕਚੁਅਲ ਦੇ ਵਿੱਚ ਇੱਕ ਬਿਮਾਰੀ ਹੈ। ਅਤੇ ਉਹ ਔਰਤ ਦਾ ਤਕਲੀਫ, ਕਿਉਂਕਿ ਉਹਦੇ ਬੱਚਾ ਨਹੀਂ ਸੀਗਾ ਕੋਈ ਵੀ, ਅਤੇ ਉਹਦੀ ਔਰਤ ਦੀ ਤਕਲੀਫ ਨੇ ਮੈਨੂੰ ਅੰਦਰੋਂ ਬਹੁਤ ਜ਼ਿਆਦਾ ਮਤਲਬ ਮੈਨੂੰ ਤਕਲੀਫ ਦਿੱਤੀ। ਅਤੇ ਫਿਰ ਮੈਂ ਉਹਦੀ ਕਹਾਣੀ ਲਿਖੀ, ਮੈਂ ਬਿਨਾਂ ਧੁੱਪ ਪਰਛਾਵੇਂ। ਬਹੁਤ ਪਸੰਦ ਕੀਤੀ ਗਈ ਉਹ ਲੋਕਾਂ ਦੁਆਰਾ, ਬਹੁਤ ਹੀ ਲੋਕਾਂ ਦੇ ਫੋਨ ਆਏ, ਅਤੇ ਬਹੁਤ ਜ਼ਿਆਦਾ ਮਤਲਬ ਉਹ ਮੇਰੀ, ਜਦੋਂ ਮੈਂ ਕਹਿੰਦੀ ਹਾਂ ਕਿ ਮੇਰੇ ਪਾਤਰ ਜਿਹੜੇ ਹੈਗੇ ਆ, ਮੈਨੂੰ ਅੱਜ ਵੀ ਉਹਦਾ ਚਿਹਰਾ ਯਾਦ ਹੈ ਕਿ ਉਹ ਇੱਕ ਅਜਿਹੀ ਪਾਤਰ ਸੀ। ਬੇਸ਼ੱਕ ਉਹ ਸਾਰੀ ਸਟੋਰੀ ਤਾਂ ਉਹਦੀ ਨਹੀਂ ਸੀ, ਪਰ ਉਹਦਾ ਆਈਡੀਆ ਜਿਹੜਾ ਸੀਗਾ ਮੈਨੂੰ ਉਸ ਔਰਤ ਤੋਂ ਮਿਲਿਆ। ਮੈਂ ਬਾਅਦ ਵਿੱਚ ਵੀ ਉਹਨੂੰ ਕਈ ਵਾਰੀ ਮਿਲੀ ਹਾਂ, ਬੱਚਾ ਉਹਦੇ ਅੱਜ ਤੱਕ ਵੀ ਨਹੀਂ ਹੋਇਆ, ਪਰ ਉਹ ਹਮੇਸ਼ਾ ਹੀ ਕਹਿੰਦੀ ਸੀ ਕਿ ਮੈਂ ਪ੍ਰੈਗਨੈਂਟ ਹਾਂ, ਮੈਂ ਪ੍ਰੈਗਨੈਂਟ ਹਾਂ। ਇਹ ਕਿਉਂਕਿ ਇਸ ਤਰ੍ਹਾਂ ਦੀ ਬਿਮਾਰੀ ਹੈ ਇਹ ਸੂਡੋ ਪ੍ਰੈਗਨੈਂਸੀ ਵਾਲੀ, ਕਿ ਪੇਸ਼ੈਂਟ ਨੂੰ ਲੱਗਦਾ ਹੈ ਕਿ ਉਹ ਮਤਲਬ ਪ੍ਰੈਗਨੈਂਟ ਆ, ਉਹਦੀ ਪੀਰੀਅਡਸ ਵੀ ਬੰਦ ਹੋ ਜਾਂਦੇ, ਉਹਨੂੰ ਸਿੰਪਟਮਸ ਵੀ ਉਸੇ ਤਰ੍ਹਾਂ ਦੇ ਆਉਣੇ ਸ਼ੁਰੂ ਹੋ ਜਾਂਦੇ ਆ। ਉਹ ਮਾਨਸਿਕ ਤੌਰ 'ਤੇ ਆਪਣੇ ਆਪ ਨੂੰ ਮਰੀਜ਼ ਇਸ ਤਰ੍ਹਾਂ ਸਮਝਣ ਲੱਗ ਜਾਂਦਾ ਕਿ ਉਹ ਪ੍ਰੈਗਨੈਂਟ ਆ। ਈਵਨ ਕਿ ਉਸ ਮਰੀਜ਼ ਨੂੰ, ਸੂਡੋ ਪ੍ਰੈਗਨੈਂਸੀ ਵਾਲੇ ਨੂੰ, ਦਰਦਾਂ ਵੀ ਹੁੰਦੀਆਂ ਆ, ਪੇਟ ਵੀ ਵੱਧਦਾ ਸ਼ੁਰੂ ਹੋ ਜਾਂਦਾ। ਇਹ ਬਿਮਾਰੀ ਹੈ ਇਸ ਤਰ੍ਹਾਂ ਦੀ, ਮਤਲਬ ਕਿ। ਅਤੇ ਬਾਕੀ ਜਿਹੜੀ ਕਹਾਣੀ ਉਹ ਤੁਸੀਂ ਜੇ ਪੜ੍ਹੋਗੇ ਤਾਂ ਤੁਹਾਨੂੰ ਫੀਲ ਹੋਏਗਾ ਕਿ ਉਹ ਕਹਾਣੀ ਬੜੀ ਤਰਾਸਦਿਕ ਕਹਾਣੀ ਹੈਗੀ ਹੈ। ਜਦੋਂ ਜੌਬ ਲੱਗੀ ਹੈ ਤਾਂ ਇਕੱਲੇ ਰਹਿੰਦੇ ਸੀ ਅਤੇ ਖਾਣਾ ਖੁਣਾ ਬਣਾ ਲੈਂਦੇ ਸੀਗੇ। ਪਹਿਲਾਂ ਕੀ ਕਰਦੇ ਸੀ ਭਾਜੀ? ਇਹ ਕੀਤਾ ਤਾਂ ਇਹਨਾਂ ਨੇ ਬਹੁਤ ਕੁਛ ਆ। ਜਦੋਂ ਇਹਨਾਂ ਦੀ ਜੌਬ ਲੱਗੀ ਪਹਿਲਾਂ ਤੇ CISF ਦੇ ਵਿੱਚ ਸਿੱਧੇ ਸਬ ਇੰਸਪੈਕਟਰ ਹੋਏ ਸੀਗੇ ਭਰਤੀ, ਪਰ ਉਸ ਤੋਂ ਬਾਅਦ ਇਹਨਾਂ ਨੇ ਬੈਂਕ ਦਾ ਪੇਪਰ ਦਿੱਤਾ, ਬੈਂਕ 'ਚ ਜੌਬ ਮਿਲ ਗਈ। ਤੇ ਕਹਾਣੀਆਂ ਔਰਤ ਮਰਦ ਦੇ ਸੰਬੰਧਾਂ ਦੇ ਉੱਤੇ ਮੈਂ ਕਾਫੀ ਸਾਰੀਆਂ ਕਹਾਣੀਆਂ ਲਿਖੀਆਂ, ਸਾਰੀਆਂ ਤਾਂ ਨਹੀਂ ਪਰ ਮੈਂ ਕਾਫੀ ਕਹਾਣੀਆਂ ਲਿਖੀਆਂ ਆ। ਮੈਨੂੰ ਕਈ ਵਾਰੀ ਪੁੱਛਿਆ ਜਾਂਦਾ ਹੈ ਕਿ ਤੁਸੀਂ ਔਰਤ ਮਰਦ ਦੇ ਸੰਬੰਧਾਂ 'ਤੇ ਲਿਖਦੇ ਹੋ, ਕਿ ਤੁਸੀਂ ਕਦੀ ਅਸਹਿਜ ਨਹੀਂ ਮਹਿਸੂਸ ਕਰਦੇ? ਤਾਂ ਮੈਨੂੰ ਲੱਗਦਾ ਹੈ ਕਿ ਨਹੀਂ, ਇਹ ਕੋਈ ਅਸਹਿਜ ਹੋਣ ਵਾਲੀ ਗੱਲ ਨਹੀਂ ਹੈਗੀ। ਇਹ
ਸਾਡੀ ਡੇਲੀ ਦੀ ਲਾਈਫ ਆ, ਸਾਡੀ ਜ਼ਿੰਦਗੀ ਆ, ਜੋ ਅਸੀਂ ਫੀਲ ਕਰਦੇ ਹਾਂ, ਜੋ ਸਾਡੀਆਂ ਫੀਲਿੰਗਸ ਹੈਗੀਆਂ ਜਿਹੜੀਆਂ ਕਿ ਬਹੁਤ ਲੰਬੇ ਸਮੇਂ ਤੋਂ ਔਰਤ ਨੇ ਕਦੀ ਆਪਣੀਆਂ ਭਾਵਨਾਵਾਂ ਨੂੰ ਦਰਸਾਇਆ ਨਹੀਂ ਹੈਗਾ, ਸਾਹਮਣੇ ਨਹੀਂ ਰੱਖੀਆਂ ਕਿ ਉਹ ਅਸਲ 'ਚ ਉਹ ਕੀ ਚਾਹੁੰਦੀ ਹੈਗੀ ਆ। ਕਿਉਂਕਿ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਆ ਕਿ ਔਰਤ ਨੂੰ ਹਮੇਸ਼ਾ ਦੁਜੈਲੇ ਸਥਾਨ 'ਤੇ ਹੀ ਸਮਝਿਆ ਜਾਂਦਾ ਸੀਗਾ, ਅਤੇ ਜਿੱਦਾਂ ਉਹਨੂੰ ਢਾਲਿਆ ਜਾਂਦਾ ਸੀ ਉੱਦਾਂ ਹੀ ਉਹ ਢਲ ਜਾਂਦੀ ਸੀਗੀ। ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਆਪਾਂ ਕਹਿੰਦੇ ਹੈਗੇ ਆ ਕਿ ਸਾਡੇ ਸਮਾਜ ਦੇ ਵਿੱਚ ਵਿਵਰਜਿਤ ਜਿਨ੍ਹਾਂ ਨੂੰ ਮੰਨਿਆ ਜਾਂਦਾ ਸੀਗਾ, ਮੈਂ ਆਪਣੀਆਂ ਕਹਾਣੀਆਂ 'ਚ ਉਹਨਾਂ ਨੂੰ ਲੈ ਕੇ ਆਂਦਾ, ਉਹਨਾਂ ਸਬਜੈਕਟਸ ਨੂੰ ਲੈ ਕੇ ਆਂਦਾ, ਪਰ ਉਹ ਇੰਨੇ ਮੈਂ ਇਹ ਗੱਲ ਕਹਿਣ 'ਚ ਮੈਨੂੰ ਗੁਰੇਜ਼ ਨਹੀਂ ਹੋਏਗਾ ਕਿ ਉਹ ਇੰਨੀ ਕਲਾਤਮਿਕਤਾ ਨਾਲ ਉਹ ਚੀਜ਼ਾਂ ਪੇਸ਼ ਹੋਈਆਂ ਕਿ ਉਹਦੇ ਵਿੱਚ ਕੋਈ ਵੀ ਸ਼ਬਦ ਜਿਹੜਾ ਆ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਨਹੀਂ ਮਿਲੇਗਾ। ਕਿ ਮੈਂ ਬਹੁਤ ਸਾਰੀਆਂ ਕਹਾਣੀਆਂ ਪੜ੍ਹਦੀ ਹਾਂ, ਔਰਤ ਲੇਖਿਕਾਵਾਂ ਦੀਆਂ ਵੀ, ਮਰਦ ਲੇਖਕਾਂ ਦੀਆਂ ਵੀ, ਜਿਹੜੀਆਂ ਡਾਇਰੈਕਟ ਤੁਸੀਂ ਉਹ ਸ਼ਬਦਾਵਲੀ ਇਸ ਤਰ੍ਹਾਂ ਦੀ ਯੂਜ਼ ਕਰਦੇ ਹੋ ਜਿਹੜੀ ਕਿ ਅਸ਼ਲੀਲ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ, ਪਰ ਮੇਰੀਆਂ ਕਹਾਣੀਆਂ ਦੇ ਵਿੱਚ ਤੁਸੀਂ ਕਦੀ ਵੀ ਕੋਈ ਵੀ ਕਹਾਣੀ ਤੇ ਕਿਤੇ ਵੀ ਤੁਸੀਂ ਕਿਸੇ ਸ਼ਬਦ ਤੇ ਉਂਗਲ ਰੱਖ ਦਿਓ ਕਿ ਇਹ ਸ਼ਬਦ ਤੂੰ ਅਸ਼ਲੀਲ ਵਰਤਿਆ ਆ, ਪਰ ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ। ਇੱਕ ਬੋਲਡ ਤੇ ਅਸ਼ਲੀਲ ਦੇ ਵਿੱਚ ਇੱਕ ਮਹੀਨ ਰੇਖਾ ਹੁੰਦੀ ਹੈ। ਮੈਂ ਕਦੀ ਵੀ ਉਹ ਰੇਖਾ ਨੂੰ ਉਲੰਘਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਆਪਣੇ ਸਾਰੇ ਹੀ ਸਬਜੈਕਟਸ ਭਾਵੇਂ ਜਿੰਨੇ ਵੀ ਮਰਜ਼ੀ ਬੋਲਡ ਕਿਉਂ ਨਾ ਹੋਣ, ਮੈਂ ਉਹਨੂੰ ਬਹੁਤ ਹੀ ਸ਼ਾਲੀਨਤਾ ਦੇ ਨਾਲ ਨਿਭਾਇਆ। ਮੇਰੀ ਜਿਹੜੀ ਪਹਿਲੀ ਕਹਾਣੀ ਹੈ ਉਹ 2007 ਚ ਆਉਂਦੀ ਹੈ। ਮੈਂ ਘੱਟ ਲਿਖਦੀ ਹਾਂ, ਸਾਲ 'ਚ ਇੱਕ ਜਾਂ ਵੱਧ ਤੋਂ ਵੱਧ 2 ਕਹਾਣੀਆਂ, ਤੇ ਕਿਤਾਬ ਮੇਰੀ 2019 ਚ ਆਉਂਦੀ ਹੈ, ਇੰਨੇ ਸਾਲਾਂ ਬਾਅਦ। ਤੇ ਮੇਰੇ ਮਨ 'ਚ ਇਹ ਸੀਗਾ ਕਿ ਮੈਨੂੰ ਕਿਤਾਬ ਦੀ ਕੋਈ ਇੱਦਾਂ ਲੋੜ ਮਹਿਸੂਸ ਨਹੀਂ ਸੀ ਹੁੰਦੀ, ਤੇ ਮੈਨੂੰ ਇੱਦਾਂ ਲੱਗਦਾ ਸੀਗਾ ਕਿ ਮੈਂ ਕਹਾਣੀਆਂ ਲਿਖਦੀ ਹਾਂ, ਲੋਕ ਪੜ੍ਹਦੇ ਆ, ਮੈਗਜ਼ੀਨ 'ਚ ਛਪਦੀਆਂ ਆ, ਪਰ ਮੈਂ ਇੱਥੇ ਹੁਸ਼ਿਆਰਪੁਰ ਸਾਹਿਤ ਸਭਾ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੀ ਹੋਈ ਹਾਂ, ਤੇ ਉਹਦੇ ਜਿਹੜੇ ਸਰਪ੍ਰਸਤ ਹੈਗੇ ਆ ਡਾਕਟਰ ਕਰਮਜੀਤ ਹੋਰੀ, ਤੇ ਉਹਨਾਂ ਦੇ ਬਹੁਤ ਉਚੇਚ ਮੇਰੇ ਤੇ ਕੀਤਾ ਕਿ ਨਹੀਂ, ਕਿਤਾਬ ਦਾ ਆਉਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ, ਵੀ ਕਿਤਾਬ ਛਪਣੀ ਚਾਹੀਦੀ ਹੈ। ਉਹ ਮੈਂ ਤਾਂ ਵੀ ਟਾਲ ਮਟੋਲ ਕਰਦੀ ਰਹੀ ਕਿ ਨਹੀਂ ਛੱਡੋ, ਪਰਾਂ ਰਹਿਣ ਦਿਓ। ਮੇਰੇ ਇੱਕ ਮਨ ਦੇ ਵਿੱਚ ਇਹ ਵੀ ਸੀਗਾ ਕਿ ਕਿਤਾਬਾਂ ਲੋਕੀ ਪੱਲਿਓਂ ਪੈਸੇ ਲਾ ਕੇ ਛਪਾਉਂਦੇ ਆ, ਤੇ ਮੈਂ ਚਾਹੁੰਦੀ ਸੀਗੀ ਕਿ ਕਿਤਾਬ ਜਿਹੜੀ ਆ ਉਹ ਫ੍ਰੀ 'ਚ ਹੀ ਛਪੇ, ਹੈ ਨਾ। ਤੇ ਮੇਰੀ ਇਹ ਵੀ ਇੱਛਾ ਪੂਰੀ ਹੋ ਗਈ। ਸਪਤਰਿਸ਼ੀ ਵਾਲੀ ਪਬਲੀਕੇਸ਼ਨ ਹੈਗੇ ਆ ਬਲਦੇਵ ਸਿੰਘ ਹੋਰੀ, ਤੇ ਉਹਨਾਂ ਨੇ ਮੇਰੀ ਕਿਤਾਬ ਛਾਪੀ, ਤੇ ਉਹਦੇ ਪਿੱਛੇ ਜਿਹੜੇ ਉਚੇਚ ਲਈ ਡਾਕਟਰ ਕਰਮਜੀਤ ਹੋਰਾਂ ਦੀ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੇਰੀ ਕਿਤਾਬ ਨੂੰ ਬਹੁਤ ਪ੍ਰੂਫ ਰੀਡਿੰਗ ਵੀ ਕੀਤੀ, ਸਭ ਕੁਝ ਕੀਤਾ, ਤੇ ਕਿਤਾਬ ਮੇਰੀਆਂ ਕਹਾਣੀਆਂ ਨੂੰ ਕਲੈਕਟਿਵਲੀ ਕਿਤਾਬ ਦੇ ਵਿੱਚ ਮਤਲਬ ਉਹਨੂੰ ਪੂਰਾ ਕੀਤਾ। ਸਾਹਿਤ ਸਭਾ ਦੇ ਸਾਡੀ ਜਿਹੜੀ ਹੁਸ਼ਿਆਰਪੁਰ ਸਾਹਿਤ ਸਭਾ ਹੈ ਉਹ ਬਹੁਤ ਸਾਰਥਕ ਹੈ, ਬਹੁਤ ਅੱਛੇ ਕੰਮ ਕਰਦੇ ਆ, ਬਹੁਤ ਵਧੀਆ ਵਿਸ਼ਿਆਂ ਦੇ ਉੱਤੇ ਚਰਚਾਵਾਂ ਅਕਸਰ ਹੁੰਦੀਆਂ ਰਹਿੰਦੀਆਂ, ਮਹੀਨੇ 'ਚ ਇੱਕ ਅੱਧੀ ਮੀਟਿੰਗ ਹੁੰਦੀ ਰਹਿੰਦੀ ਹੈ, ਅਸੀਂ ਸਾਰੇ ਜੁੜਦੇ ਹਾਂ। ਮਦਨ ਵੀਰਾ ਜੀ ਹੈ, ਜਸਵੀਰ ਧੀਮਾਨ ਜੀ ਹੈਗੇ ਆ, ਕੁਲਤਾਰ ਜੀ ਹੈਗੇ ਆ, ਸ਼ਮਸ਼ੇਰ ਮੋਹੀ ਜੀ ਸਾਡੇ ਇੱਥੇ ਹੈਗੇ ਆ, ਗਜ਼ਲ ਦੇ ਉੱਤੇ ਕੰਮ ਕਰ ਰਹੇ ਆ, ਤੇ ਬਹੁਤ ਅੱਛੇ ਜਸਵੰਤ ਰਾਏ ਹੈਗੇ ਆ, ਉਹ ਬਹੁਤ ਨੀਝ ਨਾਲ ਸਾਰੀ ਟੀਮ ਜਿਹੜੀ ਆ ਬਹੁਤ ਨੀਝ ਨਾਲ ਕੰਮ ਕਰਦੀ ਹੈ, ਸਾਡੇ ਨਾਲ ਸਾਰੇ ਜੁੜੇ ਹੋਏ ਆ। ਤੇ ਉੱਥੇ ਜਾਣ ਦਾ ਵੀ ਬਹੁਤ ਜ਼ਿਆਦਾ ਫਾਇਦਾ ਹੈ ਕਿ ਹਮੇਸ਼ਾ ਹੀ ਬਹੁਤ ਸਾਰਥਕ ਗੱਲਾਂ ਹੁੰਦੀਆਂ, ਸਾਹਿਤਕ ਗੱਲਾਂ ਹੁੰਦੀਆਂ ਆ। ਤੇ ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਨਾ ਚਾਹੁੰਦੀ ਹਾਂ ਸਾਰੇ ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦਾ, ਤੇ ਵਿਸ਼ੇਸ਼ ਕਰਕੇ ਡਾਕਟਰ ਕਰਮਜੀਤ ਹੋਰਾਂ ਦਾ, ਕਿ ਜਿਨ੍ਹਾਂ ਦੀ ਮਿਹਨਤ ਸਦਕਾ ਮੇਰੀ ਜਿਹੜੀ ਕਿਤਾਬ ਇੱਕ ਦਿਨ ਜਿਹੜੀ ਆ ਉਹ ਕਿਤਾਬੀ ਰੂਪ 'ਚ ਮੇਰੀਆਂ ਕਹਾਣੀਆਂ ਜਿਹੜੀਆਂ ਇਕੱਤਰ ਉਹਨਾਂ ਨੇ ਕੀਤੀਆਂ। ਤੇ ਘਟਨਾ ਘਟੀ ਨਿਰਭਇਆ ਕਾਂਡ ਦੀ, ਉਹਦੇ ਤੇ ਸਰਗੀ ਨੇ ਕਹਾਣੀ ਲਿਖੀ ਰੌਡ। ਮਤਲਬ ਉਹਨੂੰ ਅਸੀਂ ਉਹ ਘਟਨਾ ਘਟੀ ਆ, ਉਹਦੀ ਸੰਵੇਦਨਾ ਨੂੰ ਟੁੰਬਿਆ, ਤੇ ਉਹ ਰੌਡ ਵਰਗੀ ਕਹਾਣੀ ਸਾਡੇ ਸਾਰਿਆਂ ਦੇ ਸਾਹਮਣੇ ਆਈ। ਮਤਲਬ ਬੇਸ਼ੱਕ ਉਹ ਨਿਰਭਇਆ ਦੀ ਕਹਾਣੀ ਤੋਂ ਪ੍ਰਭਾਵਿਤ ਹੈ, ਪਰ ਉਹ ਨਿਰਭਇਆ ਦੀ ਕਹਾਣੀ ਨਹੀਂ ਹੈ, ਘਟਨਾ ਨਹੀਂ ਹੈ, ਉਹ ਹਰ ਇੱਕ ਔਰਤ ਦੀ ਕਹਾਣੀ ਹੈ। ਉਹ ਹਰ ਇੱਕ ਔਰਤ ਜੋ ਮਹਿਸੂਸ ਕਰਦੀ ਆ, ਜਿਹੜਾ ਉਹਦਾ ਦਰਦ ਸੀਗਾ, ਜਿਹੜਾ ਉਹਨੇ ਮਹਿਸੂਸ ਕੀਤਾ, ਉਹ ਅਸਲ ਦੇ ਵਿੱਚ ਲੇਖਕ ਦੀ ਕਲਾਤਮਿਕਤਾ ਹੀ ਉਹ ਹੁੰਦੀ ਹੈ ਕਿ ਕੋਈ ਘਟਨਾ ਤੁਹਾਨੂੰ ਜਦੋਂ ਅੰਦਰ ਤੱਕ ਟੁੰਬ ਜਾਂਦੀ ਆ, ਤੇ ਉਹ ਫਿਰ ਤੁਹਾਡੀ ਲੇਖਣੀ ਰਾਏ ਕਿਸ ਤਰ੍ਹਾਂ ਪਾਠਕ ਦੇ ਸਾਹਮਣੇ ਤੁਸੀਂ ਪ੍ਰਸਤੁਤ ਕਰਦੇ ਹੋ, ਉਹੀ ਤੁਹਾਡੀ ਆਰਟ ਹੈ, ਉਹੀ ਤੁਹਾਡੀ ਪ੍ਰਸਤੁਤ ਕਰਨ ਦੀ ਜਿਹੜੀ ਵਿਧੀ ਹੈ, ਜਾਂ ਤੁਸੀਂ ਜਿਸ ਤਰੀਕੇ ਨਾਲ ਵੀ ਉਹ ਚੀਜ਼ਾਂ ਨੂੰ ਲੈ ਕੇ ਆਉਂਦੇ ਹੋ ਪਾਠਕ ਦੇ ਸਾਹਮਣੇ, ਇਹੀ ਉਹ ਤੁਹਾਡੀ ਕਲਾਤਮਿਕਤਾ ਹੈਗੀ ਹੈ। ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ, ਅਸੀਂ 8 ਦਿਨ ਉੱਥੇ ਰਹੇ, ਲਾਹੌਰ ਦੇ ਵਿੱਚ ਇਹ ਆਰਗੇਨਾਈਜ਼ ਕੀਤੀ ਗਈ ਸੀਗੀ। ਠੀਕ ਹੈ, ਕਾਨਫਰੰਸਿਸ ਜਿਹੜੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਆ, ਉਹ ਮਤਲਬ ਜੇ ਆਪਾਂ ਉਹਨਾਂ ਨੂੰ ਕਹੀਏ ਸਾਹਿਤ ਦੇ ਤੌਰ 'ਤੇ ਉਹਨਾਂ ਦਾ ਵੀ ਮਹੱਤਵ ਹੁੰਦਾ ਆ, ਅਗਰ ਬਹੁਤ ਜ਼ਿਆਦੀਆਂ ਉੱਥੇ ਗੱਲਾਂ ਕੀਤੀਆਂ ਜਾਣ। ਪਰ ਮੈਂ ਜੋ ਮਹਿਸੂਸ ਕੀਤਾ ਵੀ ਉਹ ਤੋਰੇ ਫੇਰੇ, ਮੇਲੇ ਗੇਲੇ, ਇੱਕ ਦੂਜੇ ਨੂੰ ਮਿਲਣਾ, ਉਹਦੇ 'ਤੇ ਜ਼ਿਆਦਾ, ਖਾਸ ਕਰਕੇ ਪਾਕਿਸਤਾਨ ਵਾਲੀ, ਕਿਉਂਕਿ ਹੋਰ ਤਾਂ ਮੈਂ ਕੋਈ ਅਟੈਂਡ ਵੀ ਨਹੀਂ ਕੀਤੀ, ਪਰ ਉੱਥੇ ਜਾ ਕੇ ਬਹੁਤ ਅੱਛਾ ਲੱਗਾ, ਮਜ਼ਾ ਆਇਆ ਜਾ ਕੇ, ਕਿ ਬਹੁਤ ਸਾਰੇ ਲੇਖਕਾਂ ਨੂੰ ਮਿਲਣਾ, ਬਹੁਤ ਸਾਰੇ ਪ੍ਰੋਗਰਾਮਸ, ਉਹ ਲੋਕ ਬਹੁਤ ਪਿਆਰ
ਪਿਆਰ ਕਰਦੇ ਆ ਤੁਹਾਨੂੰ, ਬਹੁਤ ਹੀ ਜ਼ਿਆਦਾ ਪਿਆਰ ਕਰਦੇ ਆ। ਇਸ ਪੱਜ ਮਿਲਿਆ ਜਾਂਦਾ ਹੈ। ਹਾਂ ਵੀ ਇਹ ਸਾਰੇ ਇਦਾਂ ਹੈ ਕਿ ਕਿਉਂਕਿ ਸਾਡੀ ਸਰਕਾਰ ਨਹੀਂ ਹਾਲੇ ਇਜਾਜ਼ਤ ਦਿੰਦੀ ਹੈਗੀ, ਕਾਫੀ ਲੰਬੇ ਸਮੇਂ ਤੋਂ ਸਾਨੂੰ ਨਹੀਂ ਮੌਕਾ ਮਿਲਿਆ ਹੈਗਾ ਕਿ ਅਸੀਂ ਇਸ ਤਰ੍ਹਾਂ ਦੀ ਕਾਨਫਰੰਸ ਕਰਵਾਈਏ। ਚੰਗਾ ਲੱਗਾ ਮੈਨੂੰ, ਘੁੰਮ ਕੇ ਅੱਛਾ ਲੱਗਾ, ਉੱਥੇ ਲੋਕਾਂ ਨੂੰ, ਲੇਖਕਾਂ ਨੂੰ ਮਿਲ ਕੇ ਚੰਗਾ ਲੱਗਾ। ਬਹੁਤ ਸਾਰੇ ਲੇਖਕ, ਬਹੁਤ ਸਾਰੇ ਡਰਾਮਾ ਆਰਟਿਸਟ, ਬਹੁਤ ਸਾਰੇ ਫਿਲਮ ਆਰਟਿਸਟ ਵੀ ਉੱਥੇ ਸਾਨੂੰ, ਇਫਤਿਕਾਰ ਠਾਕੁਰ ਹੋਰੀ ਮਿਲੇ, ਹੋਰ ਵੀ ਬਹੁਤ ਸਾਰੇ ਲੋਕ ਮਿਲੇ ਸਾਨੂੰ, ਸ਼ਾਇਰ ਮਿਲੇ। ਅਫਜ਼ਲ ਸਾਹਿਰ ਹੋਣਾ ਦੇ ਘਰ ਇੱਕ ਬਹੁਤ ਅੱਛਾ ਪ੍ਰੋਗਰਾਮ ਉਹਨਾਂ ਨੇ ਆਰਗੇਨਾਈਜ਼ ਕੀਤਾ, ਸਾਨੂੰ ਸਾਰਿਆਂ ਨੂੰ ਉੱਥੇ ਬੁਲਾਇਆ। ਰੂਬੀਨਾ ਗੋਗੀ ਇਹ ਆਰਟਿਸਟ ਹੈਗੀ ਹੈ, ਪੇਂਟਿੰਗ ਬਹੁਤ ਅੱਛੀ ਕਰਦੀ ਹੈ, ਉਹਨਾਂ ਨੇ ਵੀ ਆਪਣੇ ਘਰ ਸਾਨੂੰ ਇਨਵਾਈਟ ਕੀਤਾ। ਮਤਲਬ ਬਹੁਤ ਖਲੂਸ ਮੁਹੱਬਤ ਉਹ ਲੋਕ ਸਾਡੇ ਲਈ ਰੱਖਦੇ ਆ ਤੇ ਬਹੁਤ ਚੰਗਾ ਲੱਗਾ ਘੁੰਮ ਫਿਰ ਕੇ। ਲਾਹੌਰ ਬਿਲਕੁਲ ਪੰਜਾਬ ਵਰਗਾ, ਅੰਮ੍ਰਿਤਸਰ ਘੁੰਮ ਲਿਆ ਤੇ ਲਾਹੌਰ ਘੁੰਮ ਲਿਆ, ਇੱਕੋ ਜਿਹਾ। ਖਾਣ ਪੀਣ ਦੇ ਸ਼ੌਕੀਨ ਲੋਕ ਹੈ, ਵਧੀਆ ਖਾਣਾ ਖਿਲਾਉਂਦੇ ਆ, ਘਰਾਂ 'ਚ ਸੱਦਦੇ ਆ ਤੁਹਾਨੂੰ ਤੇ ਚਾਹੁੰਦੇ ਆ ਕਿ ਬੜੇ ਐ ਗਲਵੱਕੜੀਆਂ ਪਾਉਂਦੇ ਆ। ਬਾਕੀ ਸਾਹਿਤ ਦੀਆਂ ਗੱਲਾਂ ਤਾਂ ਉਹ ਕਾਨਫਰੰਸ 'ਚ ਜਿੰਨੀਆਂ ਕੁ ਹੋਣੀਆਂ ਚਾਹੀਦੀਆਂ ਉਹ ਤਾਂ ਮਤਲਬ ਹਾਂ ਉਹ ਵੈਸੇ ਹੀ ਹੁੰਦੀ ਹੈ। ਹੁਣ ਪਿੰਡ ਹੀ ਵਿਸ਼ਵ ਕਾਨਫਰੰਸ ਹੋਣ ਲੱਗ ਪਈ ਨਾ। ਹਾਂ, ਪਰ ਜਿੱਦਾਂ ਪਹਿਲਾਂ ਸ਼ੁਰੂਆਤੀ 'ਚ ਹੁੰਦੀਆਂ ਰਹੀਆਂ ਆ, ਉਹ ਉਹਨਾਂ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਤੇ ਸਾਨੂੰ ਲੱਗਦਾ ਸੀ ਕਿ ਹਾਂ ਕੁਛ ਗੱਲਬਾਤ ਉੱਥੇ ਅੱਛੀ ਹੋ ਰਹੀ ਹੈ, ਜਾਂ ਸਾਹਿਤ ਬਾਰੇ ਜਾਂ ਪੰਜਾਬੀ ਦੇ ਵਿੱਚ ਕੀ ਲਿਖਿਆ ਪੜ੍ਹਿਆ ਜਾ ਰਿਹਾ ਹੈਗਾ ਆ। ਪਰ ਹੁਣ ਤੇ ਹਰ ਜਗ੍ਹਾ ਤੇ, ਹਰ ਸ਼ਹਿਰ 'ਚ ਬਾਹਰ ਵੀ ਅਲੱਗ-ਅਲੱਗ 5-7 ਗਰੁੱਪ ਇਕੱਠੇ ਹੁੰਦੇ ਆ, 5-7 ਬੰਦੇ ਗਰੁੱਪ ਬਣਾਉਂਦੇ ਆ ਤੇ ਕਾਨਫਰੰਸ ਕਰਾ ਲੈਂਦੇ ਆ। ਮਤਲਬ ਉਹਨਾਂ ਦੀ ਸਾਰਥਿਕਤਾ ਨਹੀਂ ਉਨੀ ਰਹਿੰਦੀ ਹੈਗੀ। ਪੁਰਾਣੇ ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਇਹ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ ਹੈਗਾ ਤੇ ਉਸੇ ਨੂੰ ਹੀ ਫੋਲੋ ਕੀਤਾ ਜਾ ਰਿਹਾ ਹੈ। ਪਰ ਇਹ ਨਹੀਂ ਹੋਣਾ ਚਾਹੀਦਾ। ਜੇ ਅਸੀਂ ਲੇਖਕ ਹਾਂ, ਅਸੀਂ ਸਾਹਿਤ ਨੂੰ ਪਰਨਾਏ ਹੋਏ ਹਾਂ ਤੇ ਸਾਹਿਤਕਾਰ ਹੋਣ ਦੇ ਨਾਤੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਆਪਣੀ ਰਚਨਾ ਦੇ ਵਿੱਚ ਤਾਂ ਕਰਦੇ ਹੈਗੇ ਆ, ਇਨਕਾਰ ਕਰਦੇ ਆ ਵੀ ਇਹ ਸਭ ਨਹੀਂ ਹੋਣੀਆਂ ਚਾਹੀਦੀਆਂ, ਹਨਾ। ਰਿਐਲਿਟੀ ਦੇ ਵਿੱਚ ਵੀ ਸਾਨੂੰ ਉਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਹੈ, ਪਰ ਏਦਾਂ ਹੁੰਦਾ ਨਹੀਂਗਾ। ਅਸੀਂ ਰਿਐਲਿਟੀ ਦੇ ਵਿੱਚ ਬਿਲਕੁਲ ਉਹੀ ਆਮ ਇਨਸਾਨ ਆ, ਉਹੀ ਖੁਣਸਾਂ ਕੱਢਦੇ ਆ, ਉਹੀ ਈਰਖਾ ਰੱਖਦੇ ਆ, ਉਹੀ ਮਤਲਬ ਸਾਰਾ ਕੁਝ ਕਰਦੇ ਆ। ਮੈਗਜ਼ੀਨ ਘਟਦੇ ਜਾ ਰਹੇ ਆ ਕੁਛ ਤਾਂ ਫਾਈਨੈਂਸ਼ੀਅਲੀ, ਮਤਲਬ ਦੇਖੋ ਮੈਗਜ਼ੀਨ ਕੱਢਣਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਾ ਤੇ ਇੱਕ ਕਹਿ ਲਓ ਕਿ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੀ ਗੱਲ ਹੁੰਦੀ ਹੈ। ਤੇ ਕੁਛ ਮਿਆਰ ਵੀ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਕਈ ਵਾਰੀ ਬਹੁਤ ਹਲਕੀਆਂ ਰਚਨਾਵਾਂ ਜਿਹੜੀਆਂ ਹੈਗੀਆਂ ਆ ਉਹ ਵੀ ਫਿਰ ਕਈ ਵਾਰੀ ਉਹਨਾਂ ਨੂੰ ਛਾਪਣੀਆਂ ਪੈਂਦੀਆਂ, ਇਸ ਕਰਕੇ ਕਿ ਮੈਗਜ਼ੀਨ ਚਲਾਉਣਾ ਆ। ਨਾਲੇ ਕਿਸੇ ਵੱਡੇ ਲੇਖਕ ਨੇ ਲਿਖੀ ਹੋਵੇ ਤੇ ਉਹ, ਹਨਾ। ਬਿਲਕੁਲ। ਤੇ ਹੁਣ ਜਿੱਦਾਂ ਸਿਰਜਣਾ ਵਰਗੇ ਮੈਗਜ਼ੀਨ ਹੈਗੇ ਆ, ਜਿਹੜਾ ਸਿਰਜਣਾ 'ਚ ਛਪ ਗਿਆ ਸਮਝ ਲਓ ਕਿ ਇੱਕ ਉਹਦੇ ਕੋਲ ਇੱਕ ਸਰਟੀਫਿਕੇਟ ਆ ਜਾਂਦਾ ਹੈ ਕਿ ਹਾਂ ਵੀ ਸਿਰਜਣਾ ਅੱਛਾ ਮੈਗਜ਼ੀਨ ਹੈ, ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈਗਾ ਆ। ਮੈਨੂੰ ਪਹਿਚਾਣ ਜਿਹੜੀ ਹੈਗੀ ਆ ਸਿਰਜਣਾ 'ਚ ਛਪਣ ਤੋਂ ਬਾਅਦ ਹੀ ਮਿਲਣੀ ਸ਼ੁਰੂ ਹੋਈ। ਮੇਰੀ ਤੀਸਰੀ ਕਹਾਣੀ, ਜਦ ਕਿ ਮੈਂ ਬਹੁਤਾ ਕਿ ਮੈਂ ਹੁਣ ਤੱਕ ਵੀ ਕਦੀ ਉਹਨਾਂ ਨੂੰ ਨਹੀਂ ਮਿਲੀ, ਸੰਪਾਦਕ ਹੋਰਾਂ ਨੂੰ, ਰਘਵੀਰ ਸਿੰਘ ਹੋਰਾਂ ਨੂੰ। ਇੱਕ ਅੱਧੀ ਵਾਰੀ ਕਿਸੇ ਫੰਕਸ਼ਨ ਜ਼ਰੂਰ ਮਿਲੀ ਹੋਵਾਂਗੀ, ਪਰ ਮੇਰੀਆਂ ਕਹਾਣੀਆਂ ਜਿਹੜੀਆਂ ਹੈਗੀਆਂ ਆ ਉਹਨਾਂ ਨੇ ਟਿੱਪਣੀਆਂ ਸਮੇਤ ਛਾਪੀਆਂ। ਹਰ ਰਚਨਾ ਹੀ ਬਹੁਤ ਜ਼ਿਆਦਾ ਲਾਜਵਾਬ ਹੋਵੇ। ਜੇ ਇੱਕ ਸੰਪਾਦਕ ਦੇ ਵਿੱਚ ਇੰਨੀ ਹਿੰਮਤ ਹੋਵੇ ਨਾ ਵੀ ਵੱਡੇ ਰਾਈਟਰ ਦੀ ਕਹਾਣੀ ਵਾਪਸ ਕਰਨੀ ਹੈ, ਉਹਦੇ ਨਾਲ ਤਾਂ ਮੈਗਜ਼ੀਨ ਹੀ ਕੋਈ ਨਹੀਂ। ਬਿਲਕੁਲ ਬਿਲਕੁਲ, ਤਾਂ ਹੀ ਹੁਣ ਤੱਕ ਸਿਰਜਣਾ ਦੀ ਹੋਂਦ ਹੈ ਤੇ ਬਿਨਾਂ ਨਿਰੰਤਰ ਸਿਰਜਣਾ ਚੱਲਿਆ ਜਾ ਰਿਹਾ ਹੈ। ਮੇਰੀਆਂ ਬੈਕ ਟੂ ਬੈਕ 5 ਕਹਾਣੀਆਂ ਸਿਰਜਣਾ 'ਚ ਛਪੀਆਂ ਔਰ ਦੂਰ ਦੂਰ ਤੱਕ ਪਾਠਕਾਂ ਤੱਕ ਪਹੁੰਚੀਆਂ। ਤੇ ਮੈਨੂੰ ਅੱਜ ਤੱਕ ਵੀ ਫੋਨ ਆਉਂਦੇ ਰਹਿੰਦੇ ਆ ਕਿ ਸਿਰਜਣਾ 'ਚ ਪੁਰਾਣਾ ਵੀ ਕਦੀ ਕਿਸੇ ਨੂੰ ਮਿਲ ਜਾਏ ਤੇ ਅਸੀਂ ਤੁਹਾਡੀ ਉੱਥੇ ਕਹਾਣੀ ਪੜ੍ਹੀ, ਸਾਨੂੰ ਬੜੀ ਚੰਗੀ ਲੱਗੀ। ਮੇਲ, ਪਹਿਲਾਂ ਮੈਂ ਮੇਲ ਆਪਣੀ ਦਿੰਦੀ ਸੀ, ਫੋਨ ਨਹੀਂ ਸੀ ਦਿੰਦੀ, ਹੁਣ ਫੋਨ ਵੀ ਮਤਲਬ ਹੈਗਾ ਲੋਕਾਂ ਕੋਲ ਮੇਰਾ, ਤੇ ਉਹ ਮੈਨੂੰ ਬਹੁਤ ਚੰਗੀ ਗੱਲ ਲੱਗਦੀ ਹੈ ਹਮੇਸ਼ਾ। ਮੇਰੀਆਂ ਅਲੱਗ-ਅਲੱਗ ਮੈਗਜ਼ੀਨ 'ਚ ਹੁਣ ਵਿੱਚ ਮੇਰੀ ਜਿਹੜੀ ਇੱਕ ਦਿਨ ਕਹਾਣੀ ਉਹ ਹੁਣ 'ਚ ਛਪੀ ਸੀਗੀ, ਰਾਗ 'ਚ ਮੇਰੀ ਕਹਾਣੀ ਛਪੀ ਹੈ, ਪ੍ਰਵਚਨ 'ਚ ਛਪੀ ਹੈ, ਲਕੀਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਛਪਦੀ ਹਾਂ। ਫਿਰ ਜਦੋਂ ਕਾਲੀ ਹੋਣਾ ਕੋ ਜਾਂਦਾ ਲਕੀਰ, ਫਿਰ ਮੇਰੀ ਕਹਾਣੀ ਹਿਰਸੋ ਦੇ ਉਹ ਛਾਪਦੇ ਆ। ਤੇ ਚਿਰਾਗ 'ਚ ਮੇਰੀਆਂ ਕਾਫੀ ਸਾਰੀਆਂ ਕਹਾਣੀਆਂ ਲੱਗੀਆਂ ਆ। ਤਕਰੀਬਨ ਜਿੰਨੇ ਵੀ ਪੰਜਾਬੀ ਦੇ ਵਧੀਆ ਮੈਗਜ਼ੀਨ ਹੈਗੇ ਆ, ਮਿਆਰੀ ਮੈਗਜ਼ੀਨ ਆ ਮੇਰੇ, ਉਹ ਸਾਰਿਆਂ ਦੇ ਵਿੱਚ ਮੇਰੀਆਂ ਕਹਾਣੀਆਂ ਛਪੀਆਂ ਆ। ਔਰ ਮੰਗਦੇ ਰਹਿੰਦੇ ਆ ਕਿ ਕਹਾਣੀ ਭੇਜੋ। ਮੈਂ ਲਿਖਦੀ ਬਹੁਤ ਘੱਟ ਹੈ ਕਿਉਂਕਿ ਘੱਟ ਲਿਖਦੀ ਹਾਂ। ਤੇ ਕੀ ਵੀ ਰੱਟਾ ਨਾ, ਚੰਗੀ ਕਹਾਣੀ ਲੈ ਲਈਏ ਤੇ ਬਾਅਦ 'ਚ ਅਗਲੀ ਕਹਾਣੀ ਜਦੋਂ ਲਿਖਦੀ ਨਾ ਉਦੋਂ ਬੜਾ ਸੋਚਣਾ ਪੈਂਦਾ ਕਿ ਯਾਰ ਉਦੋਂ ਵਧੀਆ ਹੀ ਹੋਵੇ। ਬਿਲਕੁਲ, ਇਸ ਕਰਕੇ ਘੱਟ ਲਿਖੀਦਾ ਹੈ। ਮੈਂ ਖੁਦ ਐਡਿਟ ਕਰਦੀ ਰਹਿੰਦੀ ਹਾਂ ਆਪਣੀਆਂ ਕਹਾਣੀਆਂ, ਇੱਕ ਲਿਖ ਲਵਾਂ ਉਹਨੂੰ ਕੱਟ ਲੈਂਦੀ ਹਾਂ। ਫਿਰ ਕਈ ਵਾਰੀ ਅੱਛਾ ਮੇਰੇ ਤੇ ਇਹ ਵੀ ਹੁੰਦਾ ਕਿ ਬਹੁਤ ਛੋਟੀ ਕਹਾਣੀ ਲਿਖਦੀ ਹੈ, ਕਈ ਵਾਰੀ ਮੈਂ 10 ਪੇਜ ਲਿਖ ਕੇ ਉਹਨੂੰ ਕੱਟ ਕੇ 6 ਦਾ ਰਹਿਣ ਦਿੰਦੀ ਹਾਂ। ਮਤਲਬ ਤੁਹਾਨੂੰ ਏਦਾਂ ਨਾ ਲੱਗੇ ਕਿ ਜੇ ਤੁਸੀਂ ਇਸ ਕਹਾਣੀ ਦੇ 2 ਵਰਕੇ ਪਲਟ ਵੀ ਦਿੱਤੇ ਆ ਨਾ ਤੇ ਤਾਂ ਵੀ ਤੁਹਾਨੂੰ ਕੋਈ ਫਰਕ ਨਹੀਂ ਪੈਣਾ, ਤਾਂ ਵੀ ਅੱਗੇ ਜਾ ਕੇ ਕਹਾਣੀ ਕੰਟੀਨਿਊਟੀ ਦੇ ਵਿੱਚ ਤੁਹਾਨੂੰ ਸਮਝ ਆ ਜਾਣੀ ਹੈਗੀ। ਫਿਰ ਉਹਨੂੰ ਐਡਾ ਲੰਬਾ ਹੋਣ ਦਾ ਕੋਈ ਫਾਇਦਾ ਨਹੀਂ ਹੈ। ਹਾਂ, ਕਹਾਣੀ ਰਸ ਹੋਵੇ, ਅਸੀਂ ਨਾਵਲ ਵੀ ਪੜ੍ਹਦੇ ਹਾਂ, ਪਰ ਤੁਸੀਂ ਇੱਕ ਸੈਂਟੈਂਸ ਵੀ ਨਾ ਛੱਡ ਸਕੋ। ਗੁਰਦੇਵ ਸਿੰਘ ਰੁਪਾਣਾ ਦੀਆਂ ਕਹਾਣੀਆਂ ਆ, ਛੋਟੀਆਂ ਕਹਾਣੀਆਂ ਆ, ਬਿਲਕੁਲ ਹਵਾ, ਸ਼ੀਸ਼ਾ, ਰੋਟੀ, ਕਣਕ ਦਾ ਦਾਣਾ ਆ, ਇਸ ਤਰ੍ਹਾਂ ਦੀਆਂ ਕਹਾਣੀਆਂ ਹੈਗੀਆਂ ਆ ਜਿਹੜੀਆਂ ਬਹੁਤ ਹੀ ਛੋਟੀਆਂ ਔਰ ਇੰਨੀਆਂ ਖੂਬਸੂਰਤ ਹੈ। ਇੱਕ ਟੋਟਾ ਔਰਤ ਤੁਸੀਂ ਦੇਖੋ, ਪੜ੍ਹੋਗੇ, ਗੁਰਦੇਵ ਸਿੰਘ ਰੁਪਾਣਾ ਦੀ ਕਹਾਣੀ ਹੈ, 1.5 ਸਫ਼ੇ ਦੀ ਕਹਾਣੀ ਹੈ ਸਿਰਫ।
ਡੇਢ ਸਫ਼ੇ ਦੇ ਵਿੱਚ ਉਹ ਇੰਨੀ ਕਲਾਤਮਿਕਤਾ ਦੇ ਨਾਲ ਔਰਤ ਮਨ ਦੇ ਭਾਵਨਾਵਾਂ ਨੂੰ ਪੇਸ਼ ਕਰ ਜਾਂਦੇ ਆ ਕਿ ਸ਼ਾਇਦ ਉਹ ਪੂਰਾ ਅਗਰ 20 ਜਾਂ 50 ਪੇਜ ਵੀ ਹੁੰਦੇ ਤੇ ਸ਼ਾਇਦ ਉਹ ਗੱਲ ਕਿਸੇ ਕੋਲੋਂ ਨਾ ਬਣਦੀ। ਮੈਂ ਆਪਣੀ ਕਹਾਣੀ ਨੂੰ ਐਡਿਟ ਇਸ ਕਰਕੇ ਕਰਦੀ ਕਿ ਜਦੋਂ ਮੈਂ ਕੋਈ ਮੈਗਜ਼ੀਨ ਖੋਲਦੀ, ਜਦੋਂ ਮੈਂ ਉਹਦੇ ਪੇਜ ਗਿਣਦੀ ਆ ਤੇ ਮੇਰਾ ਵੀ ਇੱਕ ਵਾਰੀ ਤਾਂ ਦਿਲ ਡਰ ਜਾਂਦਾ ਕਿ ਇੰਨੇ ਪੇਜਾਂ ਦੀ ਕਹਾਣੀ ਦੇ ਵਿੱਚ ਕਿੱਥੇ ਤੱਕ ਰਾਈਟਰ ਲੈ ਕੇ ਗਿਆ ਹੋਊਗਾ। ਮੇਰੀ ਇੱਕ ਦੋਸਤ ਹੈ ਦੀਪਤੀ ਬਬੂਟਾ, ਬਹੁਤ ਲੰਬੀ ਕਹਾਣੀ ਲਿਖਦੇ ਆ ਤੇ ਉਹ ਮੇਰੇ ਨਾਲ ਗੱਲਬਾਤ ਉਹਨਾਂ ਦੀ ਹੁੰਦੀ ਰਹਿੰਦੀ ਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੰਨੀ ਲੰਬੀ ਕਹਾਣੀ ਲਿਖਦੇ ਹੋ ਦੀਪਤੀ, ਵੀ ਮੈਂ ਨਾ ਜੇ ਤੁਹਾਡਾ ਇੱਕ ਪੈਰਾ ਵੀ ਵਿੱਚੋਂ ਛੱਡ ਦੇਵਾਂ ਨਾ ਤੇ ਮੇਰਾ ਕੰਮ ਚੱਲ ਜਾਂਦਾ ਆ। ਔਰ ਦੀਪਤੀ ਨੇ ਇਹ ਗੱਲ ਉਹਦਾ ਵਡੱਪਣ ਹੈ, ਉਹਨੇ ਇਹ ਗੱਲ ਮੇਰੀ ਮੰਨੀ, ਪੋਜ਼ਿਟਿਵਲੀ ਲਈ ਤੇ ਹੁਣ ਉਹਨੇ ਕਹਾਣੀਆਂ ਲਿਖੀਆਂ ਤੇ ਹੁਣ ਕਹਿੰਦੀ ਦੀਦੀ ਹੁਣ ਤੁਹਾਡਾ ਇਤਰਾਜ਼ ਖਤਮ ਕਰ ਦਿੱਤਾ, ਮੈਂ ਹੁਣ ਮੈਂ ਫਾਲਤੂ ਗੱਲਾਂ ਨਹੀਂ ਲਿਖਦੀ, ਹੁਣ ਮੈਂ ਐਡਿਟ ਕਰ ਲੈਂਦੀ ਆ। ਬਸ ਜੇ ਪਤਾ ਲੱਗ ਜੇ ਲਿਖਣ ਨੂੰ ਵੀ ਆ ਮੈਂ ਕੱਟ ਵੀ ਦਵਾਂ ਤੇ ਕੋਈ ਗੱਲ ਚੱਲ ਜਾਏਗਾ। ਵੱਡੀ ਗੱਲ ਵੀ ਹਿੰਮਤ ਚਾਹੀਦੀ ਹੈ ਮੈਂ ਆਪਣੀ ਲਿਖੀ ਗੱਲ ਕੱਟ ਸਕਾਂ। ਬਿਲਕੁਲ ਬਿਲਕੁਲ। ਤੇ ਹੁਣ ਉਹਨਾਂ ਦਾ ਥੋੜੇ ਦਿਨ ਪਹਿਲਾਂ ਫੋਨ ਆਇਆ ਸੀ ਤੇ ਕਹਿੰਦੇ ਸੀ ਦੀਦੀ ਹੁਣ ਥੋੜਾ ਜਿਹਾ ਤੁਹਾਡੇ ਕਹੇ ਤੇ ਨਾ ਮੈਂ ਉਹਨੂੰ ਐਡਿਟ ਕਰ ਦਿੱਤਾ ਤੇ ਹੁਣ ਮੈਨੂੰ ਲੱਗੀ ਸਮਝ ਕਿ ਮੈਂ ਜ਼ਿਆਦਾ ਖਿਲਾਰੇ ਪਾ ਲੈਂਦੀ ਸੀਗੀ ਤੇ ਹੁਣ ਮੈਂ ਥੋੜਾ ਠੀਕ ਲਿਖਣ ਲੱਗੀ। ਮੈਂ ਕਿਹਾ ਅੱਛੀ ਗੱਲ ਹੈ। ਡਾਇਮੈਂਸ਼ਨਾਂ ਵੀ ਮਲਟੀ ਡਾਇਮੈਂਸ਼ਨਲ ਹੋ ਜਾਂਦੀਆਂ, ਉਹ ਨਾਵਲ ਟਾਈਪ ਹੋ ਜਾਂਦਾ। ਹਾਂਜੀ ਬਿਲਕੁਲ ਬਿਲਕੁਲ। ਤੇ ਬਾਕੀ ਲੰਬੀ ਵੀ ਹੋ ਜਾਏ ਕਹਾਣੀ ਤਾਂ ਕੋਈ ਐਡੀ ਗੱਲ ਨਹੀਂ ਹੈ। ਸਾਡੇ ਲੰਬੀ ਕਹਾਣੀ ਲਿਖਣ ਵਾਲੇ ਸਾਡੇ ਵਰਿਆਮ ਸਿੰਧੂ ਹੋਰੀ ਹੈਗੇ ਆ, ਬੜੇ ਅੱਛੇ ਰਾਈਟਰ ਹੈ। ਉਹਨਾਂ ਦੀ ਲੰਬੀ ਕਹਾਣੀ ਉਹ ਕਹਿੰਦੇ ਆ ਕਿ ਲੰਬੀ ਕਹਾਣੀ ਦੇ ਜਨਮਦਾਤਾ ਹੀ ਉਹਨਾਂ ਨੂੰ ਮੰਨਿਆ ਜਾਂਦਾ ਹੈ। ਤੇ ਜੇ ਕਹਾਣੀ ਰਸ ਹੈਗਾ ਆ ਤਾਂ ਫਿਰ ਠੀਕ ਹੈ, ਜੇ ਕਹਾਣੀ ਰਸ ਕਥਾ ਰਸ ਨਹੀਂ ਹੈ ਤੇ ਫਿਰ ਤਾਂ ਪਾਠਕ ਨੂੰ ਤੋਰਨਾ ਮੁਸ਼ਕਿਲ ਹੋ ਜਾਂਦਾ ਹੈ ਨਾ। ਆਲੋਚਕਾਂ ਦੀ ਬਹੁਤ ਘਾਟ ਹੈ। ਬਸ ਉਹ ਉਂਗਲੀਆਂ 'ਤੇ ਗਿਣਨ ਜੋਗੇ ਹੀ ਸਾਡੇ ਕੋਲ ਹੈਗੇ ਆ ਆਲੋਚਕ, ਜਿਹੜੇ ਕਿ ਬਹੁਤ ਹੀ ਨਿੱਠ ਕੇ ਕਰਦੇ ਹੈਗੇ ਆ। ਬਲਦੇਵ ਧਾਲੀਵਾਲ ਹੋਰੀ ਬਹੁਤ ਅੱਛੀ ਗੱਲਬਾਤ ਕਰਦੇ ਆ, ਬਹੁਤ ਪੜ੍ਹਦੇ ਆ ਕਰਦੇ ਆ, ਪਰ ਫਿਰ ਵੀ ਬਹੁਤ ਕਮੀ ਹੈ। ਹੁਣ ਕੀ ਹੈ ਕਿ ਪਹਿਲਾਂ ਇੰਨੀ ਹਿੰਮਤ ਨਹੀਂ ਸੀ ਹੁੰਦੀ ਹੈਗੀ ਕਿ ਕੁਝ ਵੀ ਲਿਖ ਦਿੱਤਾ ਤੇ ਛਪ ਗਿਆ। ਹੁਣ ਛਪਣ ਦੀ ਕੋਈ ਦਿੱਕਤ ਨਹੀਂ ਰਹੀ ਹੈਗੀ ਤੇ ਕੋਈ ਵੀ ਕਿਸੇ ਨੂੰ ਨਹੀਂ ਕਹਿੰਦਾ ਹੈਗਾ। ਸਾਰਿਆਂ ਨੂੰ ਬਸ ਇੱਕ ਸੋਸ਼ਲ ਮੀਡੀਆ ਕਰਕੇ ਵੀ ਸਾਰੇ ਨੂੰ ਲੱਗ ਜਾਂਦਾ ਕਿ ਹਾਂ ਉੱਥੇ ਸਿੰਪਲ ਵਾਹ ਹੁੰਦੀ ਰਹਿੰਦੀ ਹੈ। ਅਸਲ ਦੇ ਵਿੱਚ ਉਹਨੂੰ ਕਿਸ ਤਰ੍ਹਾਂ ਉਹਦੀ ਆਲੋਚਨਾਤਮਕ ਜਿਹੜੀ ਹੈਗੀ ਆ ਐਨਾਲਿਸਿਸ ਕਰਨਾ ਕਿਸੇ ਵੀ ਰਚਨਾ ਦਾ, ਉਹਦੀ ਕਮੀ ਮਹਿਸੂਸ ਹੁੰਦੀ ਹੈ ਤੇ ਲੇਖਕ ਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਹ ਹੋ ਗਈ ਹੈ ਤੇ ਬਹੁਤ ਮੈਂ ਵੱਡਾ ਲੇਖਕ ਬਣ ਗਿਆ ਆ। ਪਰ ਜਦੋਂ ਸੱਚ ਦੀ ਧਰਾਤਲ ਤੇ ਉਹਨੂੰ ਨਿਰਖਿਆ ਪਰਖਿਆ ਜਾਂਦਾ ਹੈਗਾ ਤੇ ਫਿਰ ਨਹੀਂ ਰਹਿੰਦਾ ਹੈਗਾ। ਤੇ ਇੱਕ ਲਗਾਮ ਲੱਗ ਜਾਂਦੀ ਸੀਗੀ ਕਿ ਜਦੋਂ ਸਾਡੇ ਤੋਂ ਪਹਿਲਾਂ ਵਾਲੇ ਜਿਹੜੇ ਆਲੋਚਕ ਹੁੰਦੇ ਸੀਗੇ ਕਿ ਨਿੱਠ ਕੇ ਗੱਲਬਾਤ ਕਰਨੀ ਕਿਸੇ ਵੀ ਰਚਨਾ ਤੇ, ਹੁਣ ਕਿਸੇ ਵੀ ਰਚਨਾ ਤੇ ਗੱਲਬਾਤ ਕਰਨ ਦਾ ਵੀ ਉਹ ਨਹੀਂ ਰਿਹਾ ਹੈਗਾ, ਰਿਵਾਜ਼ ਹੀ ਨਹੀਂ ਰਿਹਾ। ਨਵੇਂ ਲੇਖਕਾਂ ਨੂੰ ਕੋਈ ਸੇਧ ਨਹੀਂ ਮਿਲ ਰਹੀ ਹੈਗੀ। ਨਵੇਂ ਲੇਖਕ ਜੋ ਚਾਹਣ ਉਹ ਲਿਖੀ ਜਾ ਰਹੇ ਹੈਗੇ ਆ ਤੇ ਉਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਹੈਗਾ ਕਿ ਆਹ ਚੀਜ਼ ਨਹੀਂ ਲਿਖਣੀ ਜਾਂ ਆਹ ਲਿਖਣੀ ਹੈ। ਕਿਹੇ ਨਾਲੋਂ ਅਣਕਿਹਾ ਜਿਹੜਾ ਹੈਗਾ ਆ ਉਹਦੀ ਇੰਪੋਰਟੈਂਸ ਕੀ ਹੈਗੀ। ਜਿਹੜੇ ਨਵੇਂ ਹੈਗੇ ਆ ਕੁਛ ਇੱਕ ਹੈ JB ਸੇਖੋਂ ਹੋ ਰਹੀ ਆ, ਬਹੁਤ ਅੱਛੀ ਆਲੋਚਨਾ ਕਰਦੇ ਹੈਗੇ ਆ, ਬੜੀ ਵਧੀਆ ਗੱਲਾਂ ਬਾਤਾਂ, ਬੜੀ ਨਿੱਠ ਕੇ ਗੱਲਬਾਤ ਕਰਦੇ ਆ। ਪਰ ਕਈ ਇਸ ਤਰ੍ਹਾਂ ਦੇ ਵੀ ਹੈਗੇ ਕਿ ਸਨਸਨੀ ਫੈਲਾ ਦਿੰਦੇ ਆ ਵੀ ਕਿਸੇ ਨੂੰ ਵੀ ਮੈਂ ਮਾੜਾ ਕਹਿਣਾ ਹੈ ਤਾਂ ਫਿਰ ਮਾੜਾ ਹੀ ਕਹੀ ਜਾਣਾ ਹੈ ਵੀ ਆਹ ਖਰਾਬ ਮਤਲਬ ਮਾੜਾ ਕਿਉਂ ਹੈ ਇਹ ਨਹੀਂ ਦੱਸਦੇ ਹੈਗੇ। ਇਹ ਚੰਗਾ ਹੀ ਕਹੀ ਜਾਣਾ ਇੱਕ ਪਾਸੇ ਨੂੰ ਵੀ ਹਾਂ ਵੀ ਇਹ ਤਾਂ ਬਸ ਬੱਲੇ ਬੱਲੇ ਹੈ, ਆਹ ਫਲਾਂ ਕਿਤਾਬ ਆਈ ਹੈ ਵੀ ਇਹਦੀ ਤਾਂ ਬਸ ਬੱਲੇ ਬੱਲੇ ਹੈ, ਵਿਕ ਬਹੁਤ ਰਹੀ ਹੈ, ਵਿਕ ਰਹੀ ਹੈ। ਉਹਨੂੰ ਪੜ੍ਹ ਕੌਣ ਰਿਹਾ ਆ, ਉਹਦੇ ਪਾਠਕ ਕਿਹੋ ਜਿਹੇ ਆ, ਗੰਭੀਰ ਹੈ ਕਿ ਸਿੰਪਲ ਹੈਗੇ ਆ ਜਾਂ ਕੁਝ ਵੀ ਆ। ਇੱਕ ਸਧਾਰਨ ਪਾਠਕ ਹੈ, ਉਹਦੇ ਲਈ ਸਧਾਰਨ ਚੀਜ਼ ਜਿਹੜੀ ਹੈਗੀ ਆ ਉਹ ਮਤਲਬ ਤੁਸੀਂ ਉਹਨੂੰ ਪਰੋਸ ਰਹੇ ਹੋ ਤੇ ਬਿਲਕੁਲ ਹੁੰਦੇ ਆ ਜੀ। ਇਹਦੇ 'ਚ ਤਾਂ ਕੋਈ ਦੂਜੀ ਰਾਏ ਨਹੀਂ ਹੈਗੀ। ਬਹੁਤ ਇਹ ਸਾਡੇ ਇੱਦਾਂ ਦਾ ਚੱਲ ਰਿਹਾ ਹੈਗਾ ਆ। ਆਲੋਚਕਾਂ ਦੇ ਵੀ ਖੁਦ ਚਹੇਤੇ ਹੁੰਦੇ ਆ ਰਾਈਟਰ ਕਿ ਜਿਹੜੇ ਜਿਨ੍ਹਾਂ ਦੀ ਉਹਨਾਂ ਨੇ ਕਰਨੀ ਹੀ ਕਰਨੀ ਹੈ, ਤਾਰੀਫ ਕਰਨੀ ਹੀ ਕਰਨੀ ਹੈ, ਭਾਵੇਂ ਉਹਨਾਂ ਨੇ ਕੁਝ ਲਿਖਿਆ ਚਾਹੇ ਨਹੀਂ ਲਿਖਿਆ ਤਾਂ ਵੀ ਤਾਰੀਫ ਕਰਨੀ ਹੈ ਉਹਨਾਂ ਦੀ। ਇਹ ਤੁਸੀਂ ਇਸ ਚੀਜ਼, ਕਿਉਂਕਿ ਅਸੀਂ ਜਿਸ ਸਮਾਜ 'ਚ ਰਹਿੰਦੇ ਹੈਗੇ ਹਾਂ, ਤੁਸੀਂ ਇਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਅਸੀਂ ਬਿਲਕੁਲ ਟੋਟਲ ਨਿਰਪੱਖ ਹੋ ਕੇ ਆਲੋਚਨਾ ਕਰ ਰਹੇ ਹੈਗੇ ਆ। ਇੱਦਾਂ ਨਹੀਂ ਹੁੰਦਾ। ਬਾਇਸਡ ਕਿਤੇ ਨਾ ਕਿਤੇ ਹੋ ਹੀ ਜਾਂਦਾ ਆ ਬੰਦਾ ਆ ਆਖਰ, ਹੈ ਨਾ। ਮਤਲਬ 5 ਤੱਤਾਂ ਦਾ ਬਣਿਆ ਹੈ ਤੇ ਸਾਰੇ ਜਿਹੜੇ 5 ਵਿਕਾਰ ਹੈ ਸਾਰਿਆਂ ਦੇ ਵਿੱਚ ਵਾਸਾ ਹੈਗਾ ਆ ਸਭ ਦਾ। ਇੱਦਾਂ ਤਾਂ ਨਹੀਂ ਨਾਮ ਲੈ ਸਕਦੀ ਕਿਸੇ ਦੇ ਵੀ। ਮੈਂ ਸਭ ਨੂੰ ਹੀ ਪੜ੍ਹਨਾ ਪਸੰਦ ਕਰਦੀ ਹਾਂ। ਜਤਿੰਦਰ ਹਾਸ ਨੂੰ ਪੜ੍ਹਦੀ ਹਾਂ, ਸਰਗੀ ਬਹੁਤ ਅੱਛੀ ਕਹਾਣੀ ਲਿਖਦੀ ਆ, ਹੈ ਨਾ। ਤੇ ਇਹ ਇੱਦਾਂ ਕੁਛ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਦੀਪਤੀ ਬਾਰੇ ਦੱਸਿਆ, ਦੀਪਤੀ ਦੀਆਂ ਹੁਣ ਇਹਨਾਂ ਦਿਨਾਂ ਦੇ ਵਿੱਚ ਹੀ 3-4 ਮੈਂ ਕਹਾਣੀਆਂ ਪੜ੍ਹੀਆਂ ਤਾਂ ਮੈਨੂੰ ਉਹ ਚੰਗੀਆਂ ਲੱਗੀਆਂ। ਤੇ
ਬਾਕੀ ਇੱਕ ਸਬਜੈਕਟ ਵਾਈਜ਼ ਵੀ ਗੱਲਬਾਤ ਹੁੰਦੀ ਹੈ। ਮੈਂ ਇਸ ਸੰਦਰਭ 'ਚ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ। ਮੈਂ ਜਦੋਂ ਇੱਕ ਦਿਨ ਕਹਾਣੀ ਲਿਖਦੀ ਹਾਂ ਤੇ ਮੈਨੂੰ ਫੋਨ ਆਉਂਦਾ ਹੈ ਇੱਕ ਕਿ ਬੀਬਾ ਤੂੰ ਬਹੁਤ ਵਧੀਆ ਕਹਾਣੀ ਲਿਖੀ ਹੈ ਤੇ ਇੱਦਾਂ ਮੈਨੂੰ ਤਾਰੀਫ ਕੀਤੀ ਜਾਂਦੀ ਹੈ। ਤੇ ਮੈਂ ਜਦੋਂ ਪੁੱਛਦੀ ਹਾਂ ਕਿ ਸਰ ਤੁਸੀਂ ਕੌਣ ਬੋਲ ਰਹੇ ਹੋ, ਤੇ ਉਹ ਅੱਗੋਂ ਕਹਿੰਦੇ ਕਿ ਮੈਂ ਕੋਈ ਵੀ ਬੋਲ ਰਿਹਾ ਹਾਂ ਪਰ ਤੇਰੀ ਕਹਾਣੀ ਚੰਗੀ ਲੱਗੀ ਹੈ ਨਾ। ਤੇ ਉਹਨਾਂ ਦਿਨਾਂ 'ਚ ਮੈਨੂੰ, ਕਿਉਂਕਿ ਬਹੁਤ ਸਾਰੇ ਫੋਨ ਆਏ ਸੀਗੇ ਤੇ ਮੇਰੇ ਵੀ ਮਨ 'ਚੋਂ ਨਿਕਲ ਗਿਆ, ਪਰ ਉਦੋਂ ਮੇਰੇ ਮਨ 'ਚ ਕਿਤੇ ਰਹਿ ਗਿਆ ਕਿ ਜਿਨ੍ਹਾਂ ਨੇ ਫੋਨ ਕੀਤਾ ਸੀਗਾ ਵੀ ਮੈਨੂੰ ਉਹਨਾਂ ਨੇ ਆਪਣਾ ਨਾਮ ਕਿਉਂ ਨਹੀਂ ਦੱਸਿਆ। ਤੇ ਉਹ ਫੋਨ ਨੰਬਰ ਮੈਂ ਵੈਸੇ ਡਾਇਰੀ ਤੇ ਨੋਟ ਕਰਕੇ ਰੱਖ ਲਿਆ ਤੇ ਮੈਂ ਬਹੁਤ ਦਿਨਾਂ ਬਾਅਦ ਉਹਨਾਂ ਨੂੰ ਦੁਬਾਰਾ ਕਾਲ ਕੀਤੀ। ਮੈਨੂੰ ਉਹਨਾਂ ਦਿਨਾਂ ਉਸ ਟਾਈਮ ਤੱਕ ਵੀ ਨਹੀਂ ਸੀ ਪਤਾ ਲੱਗਾ ਕਿ ਉਹ ਨੰਬਰ ਕਿਹਦਾ ਆ। ਮੈਂ ਦੁਬਾਰਾ ਫੋਨ ਕੀਤੀ, ਕਹਿੰਦੇ ਹਾਂਜੀ ਬੀਬਾ ਜੀ ਦੱਸੋ। ਮੈਂ ਕਿਹਾ ਸਰ ਵੀ ਤੁਸੀਂ ਮੈਨੂੰ ਫੋਨ ਕੀਤਾ ਸੀ, ਮੈਂ ਤ੍ਰਿਪਤਾ ਕੇ ਸਿੰਘ ਬੋਲ ਰਹੀ ਹਾਂ ਤੇ ਤੁਸੀਂ ਮੈਨੂੰ ਉਸ ਦਿਨ ਆਪਣਾ ਨਾਮ ਨਹੀਂ ਸੀ ਦੱਸਿਆ। ਤੇ ਕਹਿੰਦੇ ਇੰਨੇ ਦਿਨਾਂ ਬਾਅਦ ਤੈਨੂੰ ਹਾਲੇ ਤੱਕ ਮੇਰਾ ਨਾਮ ਹੀ ਨਹੀਂ ਪਤਾ ਲੱਗਾ। ਮੈਂ ਕਿਹਾ ਸਰ ਮੈਨੂੰ ਸੱਚੀ ਨਹੀਂ ਪਤਾ ਲੱਗਾ। ਕਹਿੰਦੇ ਮੈਂ ਵਰਿਆਮ ਸੰਧੂ ਬੋਲ ਰਿਹਾ ਹਾਂ। ਤੇ ਉਹਨਾਂ ਨੇ ਫਿਰ ਮੈਨੂੰ ਦੱਸਿਆ ਤੇ ਮੈਨੂੰ ਬਹੁਤ ਚੰਗਾ ਲੱਗਾ ਕਿ ਉਹਨਾਂ ਨੇ ਮਤਲਬ ਕਿ ਦੱਸਿਆ ਕਿ ਉਹਨਾਂ ਨੇ ਵੀ ਚੰਗੀ ਚੀਜ਼ ਨੂੰ ਚੰਗਾ ਕਿਹਾ ਹੈ ਨਾ। ਜੇ ਅਗਰ ਵੱਡਾ ਲੇਖਕ ਕੋਈ ਚੰਗੀ ਚੀਜ਼ ਨੂੰ ਚੰਗਾ ਕਹਿ ਦੇਵੇ ਤਾਂ ਚੰਗਾ ਲੱਗਦਾ ਹੈ। ਕਿਸੇ ਲੇਖਕ ਨੂੰ ਬਹੁਤ ਪ੍ਰੇਰਨਾ ਮਿਲਦੀ ਹੈਗੀ ਆ ਉਸ ਚੀਜ਼ ਦੀ ਕਿ ਵਰਿਆਮ ਸੰਧੂ ਵਰਗਾ ਜਿਹੜਾ ਲੇਖਕ, ਹਾਂ, ਹਾਲਾਂਕਿ ਉਹ ਉਹਨਾਂ ਬਾਰੇ ਮਸ਼ਹੂਰ ਹੈ ਕਿ ਉਹ ਕਿਸੇ ਦੀ ਤਾਰੀਫ ਵਗੈਰਾ ਘੱਟ ਕਰਦੇ ਆ। ਤੇ ਸ਼ਾਇਦ ਉਹਨਾਂ ਨੇ ਜਦੋਂ ਆਪਣਾ ਪਹਿਲਾ ਨਾਮ ਨਹੀਂ ਸੀ ਦੱਸਿਆ ਤੇ ਮੇਬੀ ਸ਼ਾਇਦ ਉਹਦੇ ਪਿੱਛੇ ਵੀ ਇੱਕ ਕਾਰਨ ਰਿਹਾ ਹੋਵੇ। ਪਰ ਜਦੋਂ ਦੁਬਾਰਾ ਮੈਂ ਉਹਨਾਂ ਨੂੰ ਮਹੀਨੇ ਕੇ ਬਾਅਦ ਜਦੋਂ ਫੋਨ ਕਰਕੇ ਪੁੱਛਿਆ ਤੇ ਉਹਨਾਂ ਨੇ ਜਦੋਂ ਫਿਰ ਦੱਸਿਆ ਤੇ ਇਹ ਮੇਰੇ ਲਈ ਵੱਡੀ ਗੱਲ ਸੀ, ਵੱਡੀ ਅਚੀਵਮੈਂਟ ਸੀਗੀ ਤੇ ਮੈਨੂੰ ਚੰਗਾ ਲੱਗਦਾ ਆ। ਪਰ ਅਗਲੀ ਗੱਲ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਮੇਰੀ ਸਿਰਜਣਾ 'ਚ ਇੱਕ ਕਹਾਣੀ ਛਪੀ ਸੀ, ਉਹਨਾਂ ਨੂੰ ਪਸੰਦ ਨਹੀਂ ਸੀਗੀ। ਉਹ ਸਬਜੈਕਟ ਨੂੰ ਲੈ ਕੇ ਹੈ ਨਾ, ਤੇ ਉਹਨਾਂ ਨੇ ਉਸ ਮੇਰੀ ਕਹਾਣੀ ਦਾ ਬਹੁਤ ਜਗ੍ਹਾ ਤੇ ਵਿਰੋਧ ਵੀ ਕੀਤਾ ਆ। ਪਰ ਮੈਨੂੰ ਉਹ ਵੀ ਐਕਸੈਪਟੇਬਲ ਹੈ ਕਿ ਇਹ ਉਹਨਾਂ ਦੀ ਪਰਸਨਲ ਚੁਆਇਸ ਆ ਤੇ ਕਿ ਉਹਨਾਂ ਨੂੰ ਕਿਸ ਸਬਜੈਕਟ ਤੇ ਕਹਾਣੀ ਚੰਗੀ ਲੱਗਦੀ ਹੈ ਜਾਂ ਕਿਸ ਸਬਜੈਕਟ ਤੇ, ਉਹ ਉਹਨਾਂ ਦੀ ਪਰਸਨਲ ਚੁਆਇਸ ਹੋ ਸਕਦੀ ਹੈ। ਕਿਉਂਕਿ ਸਿਰਜਣਾ 'ਚ ਛਪੀ ਕਹਾਣੀ ਸੀ, ਨੋਟ ਲੱਗ ਕੇ ਛਪੀ ਕਹਾਣੀ ਸੀ, ਜਿਹਦੇ ਬਾਰੇ ਉਹ ਕਹਿੰਦੇ ਆ ਕਿ ਮੈਨੂੰ ਇਹ ਤੇਰੀ ਕਹਾਣੀ ਜਿਹੜੀ ਆ ਉਹ ਨਹੀਂ ਪਸੰਦ ਹੈਗੀ। ਤੇ ਇਹ ਮੈਂ ਉਹਨਾਂ ਦੀ ਇਸ ਗੱਲ ਦਾ ਵੀ ਰਿਗਾਰਡ ਕਰਦੀ ਹਾਂ ਕਿ ਜੇ ਉਹ ਆਪਣੀ ਪਸੰਦਗੀ ਜ਼ਾਹਿਰ ਕਰ ਸਕਦੇ ਆ ਤਾਂ ਉਹ ਆਪਣੀ ਨਾ ਪਸੰਦਗੀ ਵੀ ਜ਼ਾਹਿਰ ਕਰਨ ਦਾ ਹੱਕ ਰੱਖਦੇ ਆ। ਸਭ ਤੋਂ ਵਧੀਆ ਗੱਲ ਹੋ ਗਈ ਬਿਲਕੁਲ, ਕਿਉਂਕਿ ਸਿਰਜਣਾ 'ਚ ਛਪੀ ਹੈ ਤਾਂ ਮਤਲਬ ਰਘਬੀਰ ਸਿੰਘ ਉਹਨਾਂ ਨੂੰ ਬਹੁਤ ਵਧੀਆ ਲੱਗੀ। ਬਿਲਕੁਲ, ਤਾਂ ਉਹਨਾਂ ਨੇ ਨੋਟ ਲਾ ਕੇ ਛਾਪੀ ਸਿਰਜਣਾ 'ਚ ਬਹੁਤ ਜ਼ਿਆਦਾ ਛਪਣ ਵਾਲੇ ਵਰਿਆਮ ਸੰਧੂ ਨੂੰ ਉਹ ਨਹੀਂ ਚੰਗੀ ਲੱਗੀ। ਇਹ ਹੋਰ ਵਧੀਆ ਗੱਲ ਹੋ ਗਈ। ਜੀ ਬਿਲਕੁਲ। ਅੱਛਾ, ਫਿਰ ਹੋਇਆ ਇਹ ਕਿ ਉਹਨਾਂ ਦੀ ਵੀ ਕਹਾਣੀ ਮੇਰੇ ਨਾਲ ਛਪੀ ਸੀ, ਮੇਰੀ ਵੀ ਕਹਾਣੀ ਉਸੇ ਅੰਕ ਦੇ ਵਿੱਚ ਮੇਰੀ ਕਹਾਣੀ ਛਪਦੀ ਹੈ। ਉਹਨਾਂ ਦੀ ਕਹਾਣੀ ਰਿਮਝਿਮ ਪਰਬਤ ਸੀਗੀ, ਮੇਰੀ ਕਹਾਣੀ ਮਰੀਆਂ ਹੋਈਆਂ ਮਛਲੀਆਂ ਸੀਗੀ। ਤੇ ਉਹ ਕੁਛ ਇਸ ਤਰ੍ਹਾਂ ਦੀ ਗੱਲਬਾਤ ਹੋਈ। ਫਿਰ ਜਦੋਂ ਅਗਲਾ ਅੰਕ ਆਉਂਦਾ ਆ ਸਿਰਜਣਾ ਦਾ ਤੇ ਉਹਦੇ ਵਿੱਚ ਜਿਹੜੀਆਂ ਚਿੱਠੀਆਂ ਆਉਂਦੀਆਂ ਆ, ਰਘਬੀਰ ਸਿੰਘ ਫਿਰ ਚਿੱਠੀਆਂ ਵੀ ਛਾਪਦੇ ਨੇ ਤੇ ਇਹ ਵੀ ਉਹਨਾਂ ਦਾ ਵਡੱਪਣ ਹੈ ਕਿ ਉਹਦੇ ਵਿੱਚ 7-8 ਚਿੱਠੀਆਂ ਉਹ ਛਾਪਦੇ ਆ। ਮੇਰੇ ਕੋਲੋਂ ਮੈਗਜ਼ੀਨ ਅਜੇ ਵੀ ਪਿਆ ਹੋਣਾ ਆ ਤੇ ਉਹ ਮੇਰੀ ਕਹਾਣੀ ਨੂੰ ਲੈ ਕੇ ਸੀਗੀਆਂ। ਤੇ ਸ਼ਾਇਦ ਕਿਤੇ ਨਾ ਕਿਤੇ ਕਿ ਮਤਲਬ ਉਹਨਾਂ ਨੂੰ ਲੱਗਾ ਹੋਏਗਾ, ਪਰ ਨਹੀਂ, ਉਹਨਾਂ ਦੀ ਕਹਾਣੀ ਬਹੁਤ ਅੱਛੀ ਸੀਗੀ ਰਿਮਝਿਮ ਪਰਬਤ। ਬਾਕੀ ਪਾਠਕਾਂ ਦੀ ਵੀ ਪਰਸਨਲ ਪਸੰਦ ਹੁੰਦੀ ਆ। ਰਘਬੀਰ ਸਿੰਘ ਹੋਰਾਂ ਕੋਲੋਂ ਚਿੱਠੀਆਂ ਪਹੁੰਚੀਆਂ ਹੋਣਗੀਆਂ ਤੇ ਉਹਨਾਂ ਨੇ ਛਾਪੀਆਂ ਹੋਣਗੀਆਂ ਜ਼ਰੂਰ। ਬਿਲਕੁਲ ਹਾਂ। ਤੇ ਇਹ ਚੀਜ਼ ਦੀ ਚਲੋ ਉਹ ਸਾਡੇ ਵੱਡੇ ਰਾਈਟਰ ਹੈ, ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦੀ ਹਾਂ। ਜੇ ਉਹ ਤਾਰੀਫ ਕਰਦੇ ਆ ਤੇ ਜੇ ਉਹਨਾਂ ਨੂੰ ਕੋਈ ਚੀਜ਼ ਨਹੀਂ ਵੀ ਪਸੰਦ ਤੇ ਮੈਂ ਅੱਗੇ ਵੀ ਹੋਰ ਕਈ ਲੇਖਕਾਂ ਤੋਂ ਵੀ ਸੁਣਿਆ ਆ ਕਿ ਉਹ ਕਹਿ ਦਿੰਦੇ ਹੈਗੇ ਆ। ਇੱਕ ਵਾਰੀ ਮੇਰੀ ਕਹਾਣੀ ਇੱਕ ਦਿਨ ਦੇ ਨਾਲ ਸੰਜੀਵਨੀ ਕਹਾਣੀ ਛਪਦੀ ਸੀ ਗੁਰਸੇਵਕ ਪ੍ਰੀਤ ਹੋਰਾਂ ਦੀ, ਤੇ ਗੁਰਸੇਵਕ ਪ੍ਰੀਤ ਆਪਣੇ ਫਰੈਂਡ ਸਰਕਲ 'ਚ ਦੱਸਦੇ ਆ ਕਿ ਮੈਨੂੰ ਵਰਿਆਮ ਸੰਧੂ ਹੋਰਾਂ ਨੇ ਫੋਨ ਕਰਕੇ ਨਾ ਬਹੁਤ ਡਾਂਟ ਲਗਾਈ ਕਿ ਇਹ ਕੀ ਲਿਖਿਆ ਆ ਤੂੰ, ਇਹ ਕਹਾਣੀ ਮਤਲਬ ਕਿ ਕਿਹੋ ਜਿਹੀ ਲਿਖੀ ਹੈ ਤੂੰ, ਇਹ ਕੀ ਕਹਿਣਾ ਚਾਹੁੰਦਾ ਆ ਤੁਸੀਂ, ਇਹ ਕੀ ਖਲਾਰਾ ਪਾਉਂਦੇ ਹੋ, ਗੰਦ ਪਾਉਂਦੇ ਹੋ ਸਾਹਿਤ ਦੇ ਵਿੱਚ, ਜਾਂ ਲਾਈਕ ਇਸ ਤਰ੍ਹਾਂ ਦੀਆਂ ਚੀਜ਼ਾਂ। ਮੈਂ ਉਹ ਕਹਿਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਉਹ ਹਰ ਇੱਕ ਦੀ ਆਪਣੀ ਪਸੰਦ ਹੈ ਕਿ ਜੇ ਪ੍ਰੇਮ ਪ੍ਰਕਾਸ਼ ਜੀ ਜਿਸ ਵਿਸ਼ੇ ਤੇ ਕਹਾਣੀ ਲਿਖਦੇ ਆ ਇਹ ਉਹਨਾਂ ਦੀ ਚੋਇਸ ਆ, ਉਹਨਾਂ ਦੀ ਪਰਸਨਲ ਪਸੰਦ ਆ। ਮੈਂ ਜਿਹਨਾਂ ਵਿਸ਼ਿਆਂ ਤੇ ਕਹਾਣੀ ਲਿਖਦੀ ਹਾਂ ਇਹ ਮੇਰੀ ਪਸੰਦ ਆ, ਹੈ ਨਾ। ਵਰਿਆਮ ਸਿੰਘ ਸੰਧੂ ਹੋਰੀ ਜਿਹਨਾਂ ਤੇ ਲਿਖਦੇ ਆ, ਜਾਂ ਆਪਣੇ ਸਰਗੀ ਲਿਖਦੀ ਆ, ਜਾਂ ਅਰਵਿੰਦਰ ਹੈ, ਜਾਂ ਜਤਿੰਦਰ ਹਾਂਸ ਹੈ, ਜਸਵੀਰ ਰਾਣਾ ਹੈਗੇ ਆ। ਉਹਨਾਂ ਅਲੱਗ-ਅਲੱਗ ਹਰ ਇੱਕ ਬੰਦਾ ਅਲੱਗ-ਅਲੱਗ ਸਬਜੈਕਟ ਤੇ ਲਿਖਦਾ ਹੈ। ਜੇ ਹੁਣ ਮੇਰਾ ਖੇਤੀ ਕਿਸਾਨੀ ਦੇ ਨਾਲ ਕੋਈ ਸਿੱਧਾ ਵਾਸਤਾ ਨਹੀਂ ਹੈਗਾ ਤੇ ਮੈਂ ਧੱਕੇ ਨਾਲ ਉਹਦੇ ਉੱਤੇ ਕਹਾਣੀ ਨਹੀਂ ਲਿਖ ਸਕਦੀ। ਜੇ ਖਾਲਿਸਤਾਨੀ ਲਹਿਰ ਦੇ ਨਾਲ ਮੇਰਾ ਕੋਈ ਸਿੱਧਾ ਵਾਸਤਾ ਨਹੀਂ ਰਿਹਾ, ਬੇਸ਼ੱਕ ਮੈਂ ਉਹ ਦੌਰ ਦੇਖਿਆ ਆ, ਮੈਂ ਮਹਿਸੂਸ ਕੀਤੀਆਂ ਆ ਉਹ ਚੀਜ਼ਾਂ, ਪਰ ਕਈ ਵਾਰੀ ਹੁੰਦਾ ਹੈ ਕਿ ਪਰਸਨਲ ਐਕਸਪੀਰੀਐਂਸਿਸ ਜਿਹੜੇ ਹੁੰਦੇ ਆ, ਮਨਿੰਦਰ ਕਾਂਗ ਹੋਰਾਂ ਨੇ ਜਿਹੜੀਆਂ ਇੰਨੀਆਂ ਸਸ਼ਕਤ ਕਹਾਣੀਆਂ ਲਿਖ ਦਿੱਤੀਆਂ ਉਸ ਵੇਲੇ ਦੀਆਂ, ਤੇ ਮੈਂ ਫਿਰ ਕਿਉਂ ਉਹ ਸਭ ਕੁਝ ਲਿਖੂੰਗੀ, ਕਿਉਂਕਿ ਉਹ ਆਲਰੇਡੀ ਸਾਡੇ ਕੋਲ ਬਹੁਤ ਹੈ। ਕਿਉਂਕਿ ਸੁਣੀ ਸੁਣਾਈਆਂ ਗੱਲਾਂ ਤੇ ਤੁਸੀਂ ਨਹੀਂ ਲਿਖ ਸਕਦੇ ਹੈਗੇ।
ਔਰਤ ਮਰਦ ਦੀ ਬਰਾਬਰੀ ਦੀ ਗੱਲ ਹਮੇਸ਼ਾ ਚੱਲਦੀ ਰਹੀ ਹੈ। ਔਰਤ ਹਮੇਸ਼ਾ ਦੂਜੈਲੇ ਸਥਾਨ ਤੇ ਉਹਨੂੰ ਰੱਖਿਆ ਗਿਆ ਆ। ਨਾਰੀਵਾਦੀ ਹੋਣਾ ਜਿਹੜਾ ਹੈਗਾ ਆ ਉਹਦੇ ਵਿੱਚ ਕਈ ਵਾਰੀ ਅਸੀਂ ਉਲਾਰ ਵਿਚਾਰ ਰੱਖਦੇ ਹਾਂ ਵੀ ਅਗਰ ਬੰਦੇ ਆ ਗੱਲ ਕਰ ਸਕਦੇ ਆ ਤੇ ਔਰਤ ਕਿਉਂ ਨਹੀਂ ਕਰ ਸਕਦੀ, ਅਗਰ ਮਰਦ ਆ ਕਰ ਸਕਦੇ ਆ ਤੇ ਔਰਤ ਕਿਉਂ ਨਹੀਂ ਹੁੰਦਾ ਉਹ ਕਰ ਸਕਦੀ ਹੈਗੀ। ਮਤਲਬ ਘਰਾਂ ਦੇ ਵਿੱਚ ਵੀ ਹੈ, ਸਭ ਕੁਝ ਵੀ ਆ। ਇਹ ਫਿਰ ਇਸ ਤਰ੍ਹਾਂ ਦੀ ਚੀਜ਼ ਹੈ ਕਿ ਜਾਂ ਤੇ ਤੁਸੀਂ ਫਿਰ ਵਿਆਹ ਸੰਸਥਾ ਤੋਂ ਉੱਭ ਚੁੱਕੇ ਹੋ, ਤੁਸੀਂ ਵਿਆਹ ਸੰਸਥਾ ਤੋਂ ਤੁਸੀਂ ਉਹਨੂੰ ਦਰਕਿਨਾਰ ਕਰਨਾ ਚਾਹੁੰਦੇ ਹੋ। ਪਰ ਤੁਸੀਂ ਦੇਖੋ ਕਿ ਅਗਰ ਤੁਸੀਂ ਵਿਆਹ ਸੰਸਥਾ ਨੂੰ ਨਹੀਂ ਅਪਣਾਉਂਦੇ ਜਾਂ ਸਾਡੇ ਸਮਾਜ ਦਾ, ਫਿਰ ਤੁਸੀਂ ਸੋਚੋ ਕਿ ਢਾਂਚਾ ਕਿਸ ਤਰ੍ਹਾਂ ਦਾ ਹੋਏਗਾ। ਜਿਹੜੇ ਬੱਚੇ ਆਉਣਗੇ, ਜੇ ਤੇ ਹੁਣ ਇੱਦਾਂ ਦਾ ਵੀ ਟ੍ਰੈਂਡ ਚੱਲ ਪਿਆ ਹੈ ਵੀ ਸਿੰਗਲ ਪੇਰੈਂਟਸ ਆ ਜਾਂ ਫਾਦਰ ਸਿੰਗਲ ਪੇਰੈਂਟ ਆ ਜਾਂ ਮਦਰ ਵੀ ਕਈ ਵਾਰੀ ਸਿੰਗਲ ਪੇਰੈਂਟ ਆ, ਤੇ ਇੱਦਾਂ ਦਾ ਚੱਲ ਗਿਆ ਹੈ ਟ੍ਰੈਂਡ ਕਿ ਤੁਸੀਂ ਕਿਤੋਂ ਵੀ ਸਪਰਮ ਜਾਂ ਐਗ ਲਓ ਤੇ ਬੱਚਾ ਪੈਦਾ ਕਰੋ ਤੇ ਆਪਣਾ ਬੱਚਾ ਅੱਗੋਂ ਫੈਮਿਲੀ ਚਲਾ ਲਓ। ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਮੈਨੂੰ ਇੱਦਾਂ ਮਹਿਸੂਸ ਹੁੰਦਾ ਹੈ ਕਿ ਉਹ ਬੱਚੇ ਦਾ ਭਵਿੱਖ ਕਿੱਦਾਂ ਦਾ ਹੋਏਗਾ, ਉਹ ਕਿਸ ਤਰ੍ਹਾਂ ਦਾ ਸਮਾਜ ਸਿਰਜਣਗੇ, ਉਹ ਸਮਾਜ ਦੇ ਵਿੱਚ ਕਿਸ ਤਰ੍ਹਾਂ ਵਿਚਰਨਗੇ, ਉਸਾਰੂ ਕੁਛ ਬਣੇਗਾ ਕਿ ਨਹੀਂ ਬਣੇਗਾ। ਮੈਨੂੰ ਇੱਦਾਂ ਫੀਲ ਹੁੰਦਾ ਹੈਗਾ ਆ ਕਿ ਜੇ ਅਸੀਂ ਫੈਮਿਲੀ ਆ, ਜੇ ਹਸਬੈਂਡ ਵਾਈਫ ਆ, ਉਹਨਾਂ ਦੇ ਵਿੱਚ ਜੇ ਅਗਰ ਕੁਛ ਸਾਨੂੰ ਮਾਨਸਿਕਤਾ ਬਦਲਣ ਦੀ ਲੋੜ ਹੈ, ਨਾ ਕਿ ਨਾਰੀਵਾਦੀ ਦਾ ਝੰਡਾ ਚੁੱਕ ਕੇ। ਮੈਂ ਇਸ ਤਰ੍ਹਾਂ ਦੇ ਪੱਖ 'ਚ ਨਹੀਂ ਹੈਗੀ ਕਿ ਨਾਰੀ ਵੀ ਔਰਤ ਆ ਕਰ ਸਕਦੀ ਆ। ਮੈਂ ਕਹਿੰਦੀ ਔਰਤ ਸਭ ਕੁਝ ਕਰ ਸਕਦੀ ਹੈ, ਪਰ ਘਰ ਵਿੱਚ ਰਹਿ ਕੇ ਕਰ ਸਕਦੀ ਹੈ। ਪਤੀ ਬੱਚਿਆਂ ਦੀ ਜੇ ਦੇਖਭਾਲ ਅੱਜ ਤੱਕ ਸਾਡੀਆਂ ਨਾਨੀਆਂ ਦਾਦੀਆਂ ਵੀ ਕਰਦੀਆਂ ਆਈਆਂ, ਸਭ ਕੁਝ ਕਰਦੀਆਂ ਆਈਆਂ। ਹਾਂ ਠੀਕ ਹੈ, ਹੌਲੀ ਹੌਲੀ ਸਮਾਂ ਬਦਲ ਰਿਹਾ ਹੈਗਾ ਹੈ ਕਿ ਜੋ ਪ੍ਰੈਸ਼ਰ ਉਹਨਾਂ ਨੇ ਸਹਿਆ ਉਹਨਾਂ ਦੀ ਅਗਲੀ ਪੀੜ੍ਹੀ ਨੇ ਨਹੀਂ ਸਹਿਆ, ਜਿਹੜਾ ਉਸ ਤੋਂ ਅਗਲੀ ਪੀੜ੍ਹੀ ਆ ਰਹੀ ਆ ਉਹ ਆਜ਼ਾਦ ਹੋ ਰਹੀ ਹੈ। ਪਰ ਜੇ ਆਪਾਂ ਬਿਲਕੁਲ ਮਰਦ ਨੂੰ ਨਕਾਰ ਕੇ ਉਲੰਘ ਕੇ ਅੱਗੇ ਜਾਣਾ ਚਾਹੁੰਦੇ ਹਾਂ ਤੇ ਮੇਰਾ ਖਿਆਲ ਇਹ ਸ਼ਾਇਦ ਇੰਨਾ ਜ਼ਿਆਦਾ ਵਧੀਆ ਟ੍ਰੈਂਡ ਨਹੀਂ ਹੈਗਾ। ਮਰਦ ਦੇ ਜਿਹੜੀ ਅੰਦਰੋਂ ਐਨਰਜੀ ਮਿਲਦੀ ਹੈ ਨਾ, ਉਹ ਤੁਸੀਂ ਬਹੁਤ ਸਾਰੇ ਤੁਹਾਡੇ ਦੋਸਤ ਮਿੱਤਰ ਤੁਹਾਡੀ ਜ਼ਿੰਦਗੀ 'ਚ ਹੁੰਦੇ ਆ, ਉਹ ਤੁਹਾਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿੰਦੇ ਆ, ਸਿੱਧੇ ਤਰੀਕੇ ਨਾਲ ਨਹੀਂ, ਅਸਿੱਧੇ ਤਰੀਕੇ ਨਾਲ। ਮੇਰੀ ਲਾਈਫ 'ਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਦੋਸਤ ਹੈ। ਮੇਰੀ ਇੱਕ ਸਹੇਲੀ ਹੈ ਸੁਖਨਿੰਦਰ ਕੌਰ ਹੈ, ਬਹੁਤ ਜੌਲੀ ਹੈ, ਬਹੁਤ ਜਿੰਨਾ ਵੀ ਮੈਂ ਉਹਦੇ ਨਾਲ ਸਮਾਂ ਸਪੈਂਡ ਕਰਦੀ ਹਾਂ ਉਹ ਹਮੇਸ਼ਾ ਹੀ ਮੈਨੂੰ ਇੱਕ ਫੀਲ ਕਰਾਉਂਦੀ ਰਹਿੰਦੀ ਹੈ ਕਿ ਮੂਡ ਕਿੱਦਾਂ ਠੀਕ ਰੱਖਣਾ ਆ। ਮੈਂ ਜਿੰਨਾ ਵੀ ਮਰਜ਼ੀ ਅਪਸੈਟ ਮੂਡ 'ਚ ਹੋਵਾਂ, ਉਹਦੀਆਂ ਗੱਲਾਂ ਸੁਣ ਕੇ ਮੈਂ ਮਤਲਬ ਅੱਛਾ ਫੀਲ ਕਰਨ ਲੱਗ ਜਾਂਦੀ ਹਾਂ। ਉਹਦੀ ਪ੍ਰੈਜ਼ੈਂਸ ਜਿਹੜੀ ਹੈਗੀ ਆ ਉਹ ਮੈਨੂੰ ਵਧੀਆ ਲੱਗਦੀ, ਹਮੇਸ਼ਾ ਹੀ ਵਧੀਆ ਲੱਗਦੀ ਹੈ। ਪੋਜ਼ੀਟਿਵ ਵਾਈਬਸ ਆਉਂਦੀਆਂ ਆ। ਹੋਰ ਵੀ ਮੇਰੀਆਂ ਦੋਸਤ ਹੈਗੀਆਂ ਆ, ਮੈਂ ਭੁਪਿੰਦਰ ਕੌਰ ਮੈਡਮ ਦਾ ਮੈਂ ਪਹਿਲਾਂ ਜ਼ਿਕਰ ਕਰ ਚੁੱਕੀ ਹਾਂ। ਮੇਰੀ ਫਰੈਂਡ ਮੀਨਾ ਸ਼ਰਮਾ ਹੈਗੀ ਹੈ। ਹੋਰ ਮੇਰੇ ਸਾਹਿਤਿਕ ਦੋਸਤ ਹੈ, ਸਰਗੀ ਮੇਰੀ ਬਹੁਤ ਅੱਛੀ ਦੋਸਤ ਹੈ। ਉਹ ਵੀ ਹਮੇਸ਼ਾ ਮੈਨੂੰ, ਮੈਂ ਜਿਸ ਤਰ੍ਹਾਂ ਦਾ ਵੀ ਮੇਰਾ ਮਰਜ਼ੀ ਮੂਡ ਹੋਵੇ, ਉਹ ਮੈਨੂੰ ਇੱਕਦਮ ਪਰਫੈਕਟ ਮੂਡ 'ਚ ਲੈ ਆਉਂਦੀ ਆ। ਗੱਲਾਂ ਆਪਣੀਆਂ ਦੇ ਨਾਲ ਫਿਰ ਸਾਹਿਤਿਕ ਗੱਲਾਂ ਹੁੰਦੀਆਂ ਰਹਿੰਦੀਆਂ ਆ। ਗੁਰਦੇਵ ਸਿੰਘ ਰੁਪਾਣਾ ਨਾਲ ਚਲੋ ਅੱਜ ਚਲੇ ਗਏ ਹੈਗੇ ਆ, ਉਹਨਾਂ ਦੇ ਬੇਟੇ ਪ੍ਰੀਤਪਾਲ ਰੁਪਾਣਾ ਆ, ਬਹੁਤ ਹੀ ਲਿਟਰੇਰੀ ਇਨਸਾਨ ਹੈਗੇ। ਉਹਨਾਂ ਦੇ ਨਾਲ ਅਕਸਰ ਲਿਟਰੇਚਰ ਦੇ ਬਾਰੇ 'ਚ ਗੱਲਬਾਤ ਹੁੰਦੀ ਰਹਿੰਦੀ ਹੈ। ਕਾਲੀ ਹੁਣਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਅਤੇ ਇਹ ਸਾਰੇ ਲੋਕਾਂ ਦੇ ਨਾਲ ਜਦੋਂ ਗੱਲਾਂ ਬਾਤਾਂ ਹੁੰਦੀਆਂ ਚੰਗਾ ਲੱਗਦਾ ਆ, ਬਹੁਤ ਵਧੀਆ ਫੀਲਿੰਗ ਆਉਂਦੀ ਆ, ਲਿਖਣ ਦੀ ਪ੍ਰੇਰਨਾ ਮਿਲਦੀ ਹੈ, ਅੱਛੀਆਂ ਗੱਲਾਂ ਬਾਤਾਂ ਹੁੰਦੀਆਂ ਆ। ਮੇਰੀ ਬੇਟੀ ਕਿਰਨਦੀਪ ਕੌਰ ਬਹੁਤ ਅੱਛੀ ਐਜੂਕੇਸ਼ਨ ਲਈ ਉਹਨੇ MSc ਬਾਇਓਟੈਕਨੋਲੋਜੀ 'ਚ, ਅਤੇ ਅੱਜ ਕੱਲ੍ਹ ਆਪਣਾ ਹੀ ਕੰਮ ਕਰਦੀ ਹੈ। ਅਤੇ ਉਹਦਾ ਹਸਬੈਂਡ ਮੇਰਾ ਦਾਮਾਦ ਗੀਤਿੰਦਰ ਸਿੰਘ ਬਹੁਤ ਹੀ ਪਿਆਰਾ ਬੱਚਾ ਆ, ਬਹੁਤ ਸਾਡੀ ਕੇਅਰ ਕਰਦਾ ਆ, ਬਹੁਤ ਪਿਆਰ ਕਰਦਾ ਆ, ਬਹੁਤ ਜ਼ਿਆਦਾ ਅੱਛਾ ਆ। ਦੋਨਾਂ ਦੀ ਬੌਂਡਿੰਗ ਬਹੁਤ ਅੱਛੀ ਆ। ਉਹਨਾਂ ਵੱਲੋਂ ਮੇਰੇ ਦਿਲ ਨੂੰ ਹਮੇਸ਼ਾ ਹੀ ਠੰਡ ਪੈਂਦੀ ਹੈ ਉਹਨਾਂ ਨੂੰ ਦੇਖ ਕੇ, ਦੋਨਾਂ ਨੂੰ ਹੱਸਦਿਆਂ ਵਸਦਿਆਂ ਨੂੰ। ਪਰਮਾਤਮਾ ਉਹਨਾਂ ਨੂੰ ਇਸੇ ਤਰ੍ਹਾਂ ਹੀ ਖੁਸ਼ੀਆਂ ਦੇਵੇ ਹਮੇਸ਼ਾ ਲਈ। ਉਹ ਪਲ ਤਾਂ ਹੁਣ ਬੀਤ ਚੁੱਕਾ ਹੈ ਜਿਹੜਾ ਮੈਂ ਕਦੀ ਨਹੀਂ ਸੀ ਚਾਹੁੰਦੀ ਕਿਸੇ ਦੀ ਜ਼ਿੰਦਗੀ 'ਚ ਵੀ ਨਾ ਆਵੇ, ਕਦੀ ਕਿਸੇ ਮਾਂ ਦੀ ਜ਼ਿੰਦਗੀ 'ਚ ਨਾ ਆਵੇ। ਮੇਰਾ ਉਹ ਐਡਾ ਵੱਡਾ ਲੋਸ, ਮੇਰੇ ਬੇਟੇ ਦਾ ਜਾਣਾ ਜਿਹੜਾ ਮੈਂ ਪਰ ਜਵਾਨੀ 'ਚ ਗਿਆ ਹੈ। ਬੜਾ ਬਹੁਤ ਮਤਲਬ ਦੁੱਖ ਸਾਰੀ ਉਦੋਂ ਹੋਰ ਤਰ੍ਹਾਂ ਹੋ ਗਈ ਸੀ। ਸਾਰੇ ਲੇਖਕ ਜੰਜ ਹੋਇਆ। ਅਚਨਚੇਤ ਕੀ ਗੱਲ ਕੀ ਹੋਈ, ਕੀ ਹੋਇਆ? ਕੀ ਕੁਛ ਵੀ ਨਹੀਂ ਹੋਇਆ। ਦੁਪਹਿਰ ਤੱਕ ਬਿਲਕੁਲ ਠੀਕ ਸੀ। ਅਸਲ 'ਚ ਮੈਂ ਜਦੋਂ ਵੀ ਇਸ ਬਾਰੇ ਗੱਲ ਕਰਦੀ ਹਾਂ, ਮੈਂ ਕੰਪਲੀਟ ਕਰ ਨਹੀਂ ਪਾਉਂਦੀ ਕਦੀ ਵੀ। ਮੈਂ ਉਸ ਹੌਸਪੀਟਲ ਦੇ ਮੋਹਰਿਓਂ ਨਹੀਂ ਲੰਘ ਸਕਦੀ ਜਿੱਥੋਂ ਮੈਂ ਉਹਨੂੰ ਚੰਗਾ ਭਲਾ ਲੈ ਕੇ ਗਈ ਸੀ, ਤਾਂ ਵਾਪਸ ਉਹਨੂੰ ਇੱਕ ਬੋਡੀ ਵਾਂਗੂ ਲੈ ਕੇ ਆਉਣਾ ਪਿਆ ਸਾਨੂੰ। ਉਹ ਦਿਨ ਨਹੀਂ ਭੁੱਲਦਾ। ਰੱਬ ਨਾ ਕਰੇ ਕਦੀ ਵੀ ਕਿਸੇ ਮਾਂ ਨੂੰ ਇਸ ਤਰ੍ਹਾਂ ਦੀ ਸਿਚੁਏਸ਼ਨ 'ਚੋਂ ਲੰਘਣਾ ਪਏ। ਇੱਕ ਸੈਕਿੰਡ ਲਈ ਲੱਗਦਾ ਸਾਰਾ ਕੁਝ ਖਤਮ ਹੋ ਗਿਆ। ਜੇ ਸਾਹਿਤ ਨਾਲ ਨਾ ਜੁੜੀ ਹੁੰਦੀ, ਕਿਤਾਬਾਂ ਨਾਲ ਨਾ ਜੁੜੀ ਹੁੰਦੀ,
ਮੈਨੂੰ ਮੇਰੇ ਹਸਬੈਂਡ ਨੇ ਇੰਨਾ ਸਪੋਰਟ ਕੀਤਾ ਤਾਂ ਸ਼ਾਇਦ ਮੈਂ ਪਤਾ ਨਹੀਂ ਜ਼ਿੰਦਾ ਹੀ ਨਾ ਰਹਿ ਪਾਉਂਦੀ ਕਦੀ ਵੀ। ਇਹ ਕਦੀ ਘਾਟਾ ਜਿਹੜਾ ਕਦੀ ਵੀ ਕਿਸੇ ਵੀ ਜ਼ਿੰਦਗੀ 'ਚੋਂ ਕਦੀ ਵੀ ਕਿਸੇ ਦਾ ਜਾਣਾ ਨਹੀਂ ਪੂਰਾ ਹੋ ਸਕਦਾ। ਜਵਾਨ ਪੁੱਤਰ ਬੜਾ ਉਦੋਂ ਨਾ ਜਦੋਂ ਇੱਕਦਮ ਇਦਾਂ ਪਤਾ ਲੱਗਾ ਫੇਸਬੁੱਕ ਤੇ ਸਾਰਿਆਂ ਨੂੰ, ਮੈਥੋਂ ਤੇ ਮੈਂ ਤੇ ਫੋਨ ਵੀ ਨਹੀਂ ਕੀਤਾ ਤੁਹਾਨੂੰ, ਮੈਂ ਨਾ ਮੈਸੇਜ ਕੀਤਾ ਨਾ ਫੋਨ ਕੀਤਾ। ਨਹੀਂ, ਨਾ ਕਿਸੇ ਦੇ ਮੈਸੇਜ ਦਾ ਜਵਾਬ ਦਿੱਤਾ ਮੈਂ, ਕਿਸੇ ਦੇ ਫੋਨ ਨੂੰ ਨਹੀਂ ਚੱਕ ਪਾਈ। ਕਿੰਨਾ ਚਿਰ ਕਿੰਨੀ ਟਾਈਮ ਫੋਨ ਆਉਂਦੇ ਰਹੇ ਵੀ ਹੈ। ਮੈਨੂੰ ਪਤਾ ਸੀ ਤੁਸੀਂ ਦੁਖੀ ਹੋਣਾ ਹੈ, ਪਰ ਮੈਨੂੰ ਇਹ ਵੀ ਜੇ ਉਹਦੀ ਗੱਲ ਨਾ ਹੋਈ ਤਾਂ ਸਾਡੀ ਇੰਟਰਵਿਊ ਜਿਹੜੀ ਉਹ ਕੰਪਲੀਟ ਹੋਣੀ ਨਹੀਂ। ਮੈਂ ਜਿੱਥੇ ਵੀ ਜਾਂਦੀ ਹਾਂ, ਜੇ ਕੋਈ ਗੱਲ ਕਰਨੀ ਚਾਹੁੰਦਾ ਹੈ ਤਾਂ ਮੈਂ ਸਾਫ਼ ਸਪਸ਼ਟ ਤੌਰ 'ਤੇ ਮਨਾ ਕਰ ਦਿੰਦੀ ਹਾਂ ਕਿ ਮੇਰੇ ਨਾਲ ਪਲੀਜ਼ ਤੁਸੀਂ ਇਹ ਗੱਲ ਨਾ ਕਰੋ, ਕਿਉਂਕਿ ਮੈਨੂੰ ਹਰ ਵਾਰੀ ਉਨੀ ਹੀ ਪੇਨ ਹੁੰਦੀ ਆ ਜਿੰਨੀ ਉਸ ਪਲ 'ਚ ਹੋਈ ਸੀ। ਉਸ ਚੀਜ਼ ਨੂੰ ਜਦੋਂ ਸਭ ਚੀਜ਼ ਨੂੰ ਰਿਕਾਲ ਮੈਂ ਕਰਨਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਫਿਰ ਅੱਖਾਂ ਦੇ ਮੂਹਰੇ ਆ ਜਾਂਦੀਆਂ, ਫਿਰ ਉਹੀ ਪੇਨ 'ਚੋਂ ਲੰਘਣਾ ਪੈਂਦਾ ਬਾਰ-ਬਾਰ। ਇਹ ਨਹੀਂ ਹੈ ਕਿ ਮੇਰੀ ਪੇਨ ਖਤਮ ਹੋ ਗਈ ਹੈ, ਤਾਂ ਜਦੋਂ ਤੱਕ ਮੇਰੀ ਹਯਾਤੀ ਉਦੋਂ ਤੱਕ ਰਹੇਗੀ। ਪਰ ਫਿਰ ਵੀ ਮੈਂ ਚਾਹੁੰਦੀ ਹਾਂ ਕਿ ਕਦੀ ਵੀ ਕੋਈ ਵੀ ਕਿਤੇ ਵੀ ਜਾ ਕੇ ਮੈਂ ਮਾਹੌਲ ਇਸ ਤਰ੍ਹਾਂ ਦਾ ਨਾ ਬਣਾਵਾਂ। ਮੈਂ ਸੁਖਾਵਾਂ ਰੱਖਾਂ ਘਰ 'ਚ ਵੀ ਸਭ ਨੂੰ। ਮੇਰੀ ਬੇਟੀ ਆ, ਉਹ ਵੀ ਜਦੋਂ ਆਉਂਦੀ ਆ, ਉਹ ਵੀ ਹਮੇਸ਼ਾ ਹੀ ਬਹੁਤ ਮਤਲਬ ਆਪਾਂ ਹਮੇਸ਼ਾ ਹੁਣ ਅਸੀਂ ਇਹ ਗੱਲ ਬਣਾਈ ਹੋਈ ਹੈ ਕਿ ਪੋਜ਼ੀਟਿਵ ਗੱਲਾਂ ਹੀ ਕਰਨੀਆਂ ਆ, ਕਿ ਜਿਹੜੀਆਂ ਉਹਦੇ ਨਾਲ ਰਿਲੇਟਡ ਜਿਹੜੀਆਂ ਚੰਗੀਆਂ ਗੱਲਾਂ ਆ, ਹਮੇਸ਼ਾ ਸਾਰੀਆਂ ਚੰਗੀਆਂ ਹੀ ਆ ਉਹਦੀਆਂ। ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੈਗੀ ਕਿ ਉਹ ਸਾਨੂੰ ਇੰਨਾ ਹਸਾਉਂਦਾ ਸੀਗਾ, ਪਰ ਬਸ ਆਪਣੇ ਮਨ ਨੂੰ ਗੱਠ ਦੇ ਲਈ ਹੈ ਕਿ ਇੰਨਾ ਹੀ ਸੀ ਸੰਬੰਧ ਸਾਡਾ, ਜਿੰਨਾ ਸੀਗਾ ਬਹੁਤ ਹੀ ਜ਼ਿਆਦਾ ਖੂਬਸੂਰਤ ਸੀਗਾ। ਬਹੁਤ ਪਿਆਰ ਦਿੱਤਾ ਉਹਨੇ ਸਾਨੂੰ, ਅਸੀਂ ਉਹਨੂੰ ਬਸ। ਉਹ ਕਮਰਾ ਵਿਖਾਇਆ ਨਾ ਭਾਜੀ ਨੇ, ਕਮਰਾ ਵਿਖਾਇਆ ਉਹਦਾ, ਤੋ ਮਤਲਬ ਵੀ ਤੁਹਾਨੂੰ ਤੁਸੀਂ ਤਾਂ ਹਰ ਵੇਲੇ ਲੱਗੇ ਰਹਿੰਦੇ, ਤੇ ਕਦੀ ਲੱਗਦਾ ਹੋਊਗਾ ਵੀ ਆਵਾਜ਼ ਮਾਰੀ ਉਹਨੂੰ, ਹੈ ਨਾ, ਜਾਂ ਅੰਦਰੋਂ ਉਹ ਆਵਾਜ਼ ਮਾਰੇ, ਲੱਗਦਾ ਲੱਗੀ ਤੇ ਜਾਣਾ ਹੀ ਆ, ਸਾਰੀ ਉਮਰ ਲੱਗਣਾ ਹੀ ਆ। ਜ਼ਿੰਦਗੀ ਉੱਦਾਂ ਦੀ ਨਹੀਂ ਰਹੀ ਜਿੱਦਾਂ ਦੀ ਹੋਣੀ ਚਾਹੀਦੀ ਸੀ। ਜ਼ਿੰਦਗੀ ਬਿਲਕੁਲ ਹੋਰ ਤਰ੍ਹਾਂ ਦੀ ਹੋ ਗਈ ਆ। ਚੀਜ਼ਾਂ, ਤਿਉਹਾਰ, ਤਿੱਥ, ਦਿਨ ਸਭ ਉਹਦੇ ਨਾਲ ਹੋਰ ਤਰ੍ਹਾਂ ਦੇ ਸੀਗੇ, ਹੁਣ ਬਿਲਕੁਲ ਫਿੱਕੇ ਹੋ ਗਏ। ਕੋਈ ਚੀਜ਼ ਚੰਗੀ ਨਹੀਂ ਲੱਗਦੀ, ਕੋਈ ਤਿਉਹਾਰ ਚੰਗਾ ਨਹੀਂ ਲੱਗਦਾ, ਕੋਈ ਮਨਾ ਨਹੀਂ ਪਾਉਂਦੇ ਉਸ, ਮਤਲਬ ਸ਼ਾਇਦ ਕਦੀ ਮਨਾ ਹੀ ਨਾ ਪਾਈਏ। ਕਿ ਜਿਹੜਾ ਇਹ ਲੋਸ ਹੈ ਇਹ ਨਹੀਂ ਪੂਰਾ ਹੋ ਸਕਦਾ ਕਦੀ ਵੀ। ਮੇਰੇ ਕੋਲ ਸ਼ਬਦ ਹੀ ਨਹੀਂ ਹੁੰਦੇ ਹੈਗੇ ਕਿ ਮੈਂ ਚਾਹੁੰਦੀ ਹਾਂ ਕਿ ਮੈਨੂੰ ਕੋਈ ਨਾ ਪੁੱਛੇ, ਬਸ ਮੇਰਾ ਦੁੱਖ ਹੈ ਮੇਰੇ ਅੰਦਰ ਹੀ ਰਵੇ, ਬਸ ਮੈਂ ਉਹਨੂੰ ਅੰਦਰ ਘੁੱਟ ਕੇ ਰੱਖਣਾ ਚਾਹੁੰਦੀ ਹਾਂ। ਮੈਂ ਉਜਾਗਰ ਵੀ ਨਹੀਂ ਕਰਨਾ ਚਾਹੁੰਦੀ ਹੈਗੀ, ਕਿਉਂਕਿ ਜੇ ਮੈਂ ਹੀ ਡੁੱਲ ਕੇ ਪਾਵਾਂ ਤੇ ਮੇਰੇ ਹਸਬੈਂਡ ਨੂੰ ਕੌਣ ਦੇਖੂਗਾ, ਬੇਟੀ ਨੂੰ ਕੌਣ ਦੇਖੂਗਾ। ਇਸ ਕਰਕੇ ਬਹੁਤ ਮਜ਼ਬੂਤ ਹੋਣਾ ਪੈਂਦਾ ਆ, ਔਰ ਕਿਸੇ ਹੱਦ ਤੱਕ ਮੈਂ ਹੋਈ ਵੀ ਹਾਂ। ਅੱਜ ਤੁਸੀਂ ਪੁੱਛ ਲਿਆ, ਗੱਲ ਛੇੜ ਪਈ ਤੇ ਮੈਂ ਚਾਹੁੰਦਾ ਨਹੀਂ ਸੀ ਪੁੱਛਣਾ, ਪਰ ਮੈਨੂੰ ਇਹ ਵੀ ਜੇ ਅਸੀਂ ਉਹਦੀ ਗੱਲ ਨਹੀਂ ਕਰਦੇ ਤੇ ਸਾਡੀ ਜਿਹੜੀ ਗੱਲਾਂ ਵਾ ਇਹ ਕੰਪਲੀਟ ਨਹੀਂ ਹੋਣੀਆਂ ਸਾਡੀਆਂ।